मैं कैमरामैन नूं आखांगा कि महाराज दी जिहड़ी जिस विच श्री गुरु ग्रंथ साहिब सुशोभित ने वो पालकी जिहड़ी आ इस वेले इस जगह तो लंघ रही है। तो मैं कैमरामैन नूं कहांगा कि जिहड़ियां तस्वीरां वा इन्हां नूं अपने कैमरे विच उतारन ते सिख संगतां तक जरूर पहुंचाउण कि किस तरह जिहड़ियां संगतां वा तुसीं देख सकदे हो कि श्री गुरु ग्रंथ साहिब दी बीड़ दे पिछे जिहड़ी पालकी आ जिहड़ी ਉਹਦੇ ਪਿੱਛੇ ਪਿੱਛੇ ਸਤਨਾਮ ਸ਼੍ਰੀ ਵਾਹਿਗੁਰੂ ਦਾ ਜਾਪ ਕਰਦੀਆਂ ਹੋਈਆਂ ਇਸ ਨਗਰ ਕੀਰਤਨ ਦੀਆਂ ਜਿਹੜੀਆਂ ਰੌਣਕਾਂ ਵਾ ਉਹਨਾਂ ਨੂੰ ਚਾਰ ਚੰਨ ਲਾ ਰਹੀਆਂ ਵਾ। ਸੋ ਦੇਖ ਸਕਦੇ ਹਾਂ ਤੁਸੀਂ ਨਗਰ ਕੀਰਤਨ ਦਾ ਠਾਠਾਂ ਮਾਰਦਾ ਜਿਹੜਾ ਇੱਕ ਇਕੱਠਾ ਸੰਗਤਾਂ ਕਿਸ ਤਰ੍ਹਾਂ ਇਸ ਨਗਰ ਕੀਰਤਨ 'ਚ ਪੁੱਜ ਕੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਜਿਹੜੀ ਛਤਰ ਛਾਇਆ ਹੇਠ ਸਜਾਇਆ ਜਾ ਰਿਹਾ ਵਾ, ਖੁਸ਼ੀਆਂ ਲੈ ਰਹੀਆਂ ਨੇ। ਤੁਸੀਂ ਵੇਖ ਸਕਦੇ ਹੋ ਮੌਕੇ ਦੀਆਂ ਤਸਵੀਰਾਂ। ਅੱਜ इटली की धरती ते एक जिला पैंदा बरेशिया जिन्हों कि असी मिनी पंजाब कह के बुलाने आ। बहुत ही वड्डी तादाद दे विच इस इलाके विच सिख संगतां रहिंदियां ने ते बड़ी अकाल है पुरख की एक रहमत है इस इलाके ते कि बहुत ही चढ़दी कला दे नाल इत्थे सिੱਖੀ ਦਾ ਜਿਹੜਾ प्रचार ते प्रसार हो रहा वा। अज असी पहुंचे हाँ गुरुद्वारा सिंह सभा फलैरो के नगर कीर्तन दे विच ते मेरे नाल ने प्रबंधक उन्हां को डिटेल विच जिहड़ी आपां एक जानकारी आ लैने हाँ। खालसा जी सब तो पहलां सानूं तां इह दसो भी इह किनवां नगर कीर्तन आ जिहड़ा गुरुद्वारा सिंह सभा की प्रबंधक कमेटी वल्लों उलीकिया गया। वाहिगुरू जी का खालसा वाहिगुरू जी की फतेह। सब तो पहला मैं पूरे संसार नूं खालसे दे जन्म दिन ते ਵਧਾਈ दिंदा हाँ, क्योंकि ये जिहड़ा 13 अप्रैल 1699 ਨੂੰ गुरु गोबिंद सिंह जी ने ਵਿਸਾਖੀ ਦਿਨ ਖਾਲਸਾ ਪੰਥ ਦੀ ਸਾਜਨਾ ਕੀਤੀ ਸੀ। ਸੋ ਇਹ ਹਰ ਇਲਾਕੇ ਜਿੱਥੇ ਵੀ ਗੁਰੂ ਨਾਨਕ ਨਾਮ ਲੇਵਾ ਵਸਦੀ ਹੈ ਉਹ ਇਸ ਮੌਕੇ ਤੇ ਇਸ ਦਿਨ ਨੂੰ ਬੜੀ ਧੂਮਧਾਮ ਨਾਲ ਮਨਾਉਂਦੇ ਹਨ। ਔਰ ਇਸੇ ਹੀ ਸਥਿਤੀ ਨੂੰ ਮੁੱਖ ਰੱਖਦਿਆਂ ਹੋਇਆਂ ਗੁਰੂ ਘਰ ਫਲੇਰੋਂ ਦੀ ਪ੍ਰਬੰਧਕ ਕਮੇਟੀ ਜੋ ਕਾਫੀ ਲੰਮੇ ਅਰਸੇ ਤੋਂ ਇਹ ਮਤੀ ਜਿਹੜਾ ਨਗਰ ਕੀਰਤਨ ਇੱਥੇ ਸਜਾ ਰਹੀ ਹੈ, ਇਹ ਵਧਾਈ ਦੇ ਪਾਤਰ ਹਨ ਜਿਹੜੇ ਇੱਥੇ ਦੇ ਪ੍ਰਬੰਧਕ ਹਨ। ਕਿਉਂਕਿ ਇਹ ਹੁਣ ਭਾਈ ਸਾਹਿਬ ਹੁਣਾਂ ਸਵਾਲ ਕੀਤਾ ਵੀ ਕਿਨਵਾਂ ਨਗਰ ਕੀਰਤਨ ਹੈ, ਇਹ ਤਾਂ ਹੁਣ ਤਕਰੀਬਨ ਮੇਰਾ ਖਿਆਲ ਕਹਿੰਦਾ ਵੀ 20-22 ਤੋਂ ਉੱਪਰ ਵੀ ਹੋਏਗਾ, ਕੋਈ ਗਿਣਤੀ ਮਿੰਤੀ ਨਹੀਂ ਰਹੇਗੀ। ਅਤੇ ਔਰ ਇਹ ਜਿਹੜਾ ਜਿਸ ਤਰ੍ਹਾਂ ਭਾਈ ਸਾਹਿਬ ਨੇ ਦੱਸਿਆ ਕਿ ਇਹ ਮਿੰਨੀ ਪੰਜਾਬ ਆ, ਇਹ ਮਿੰਨੀ ਪੰਜਾਬ ਕੀ ਇਹ ਮੇਰੇ ਖਿਆਲ ਮੁਤਾਬਕ ਤਾਂ ਇਹ ਤਾਂ ਪੰਜਾਬ ਹੀ ਬਣ ਗਿਆ, ਕਿਉਂਕਿ ਇੱਥੇ ਕੋਈ ਵੀ ਇਲਾਕਾ ਇਹੋ ਜਿਹਾ ਨਹੀਂ ਜਿੱਥੋਂ ਦੀ ਸੰਗਤ ਇੱਥੇ ਨਹੀਂ ਪਹੁੰਚਦੀ। ਇਹ ਸਭ ਤੋਂ ਵੱਡਾ ਜਿਹੜਾ ਪੂਰਾ ਇਟਲੀ ਦੇ ਵਿੱਚ ਜਿਹੜਾ ਸਭ ਤੋਂ ਵੱਡਾ ਨਗਰ ਕੀਰਤਨ ਆ ਇਹ ਸਜਾਇਆ ਜਾਂਦਾ ਹੈ ਹਮੇਸ਼ਾ ਹਰ ਸਾਲ ਦੀ ਤਰ੍ਹਾਂ। 2 ਸਾਲ ਤੋਂ ਪਹਿਲਾਂ ਜਿਸ ਤਰ੍ਹਾਂ ਕਿ ਆਪ ਜੀ ਨੂੰ ਪਤਾ ਹੀ ਹੈ ਕਿ ਕੋਵਿਡ ਕਰਕੇ ਸੰਗਤਾਂ ਦਾ ਮਤਲਬ ਇਕੱਠ ਨਹੀਂ ਹੋ ਸਕਿਆ, ਹੁਣ ਮਤਲਬ ਇੱਥੇ ਜੋ ਪ੍ਰਸ਼ਾਸਨ ਹੈ ਉਹਨਾਂ ਨੇ ਥੋੜ੍ਹਾ ਜਿਹਾ ਪਰਮਿਸ਼ਨ ਦਿੱਤੀ ਹੈ ਤਾਂ ਖਾਲਸਾ ਫਿਰ ਚੜ੍ਹਦੀ ਕਲਾ 'ਚ ਫਿਰ ਹਾਜ਼ਰ ਹੋ ਗਿਆ। ਸੋ ਮੈਂ ਇਸ ਦਿਨ 'ਤੇ ਆਪਣੇ ਗੁਰੂ ਘਰ ਗੁਰੂ ਰਾਮਦਾਸ ਨਿਵਾਸ ਕੈਂਪੋ ਜਿਸ ਤਰ੍ਹਾਂ ਕਿ ਪਿਛਲੇ ਹਫ਼ਤੇ ਉੱਥੇ ਵੀ ਨਗਰ ਕੀਰਤਨ ਸਜਾਇਆ ਗਿਆ ਸੀ, ਮੈਂ ਉੱਥੇ ਦੀ ਪ੍ਰਬੰਧਕ ਕਮੇਟੀ ਵੱਲੋਂ ਉੱਥੇ ਦੀਆਂ ਸੰਗਤਾਂ ਵੱਲੋਂ ਇੱਥੋਂ ਦੀ ਪ੍ਰਬੰਧਕ ਕਮੇਟੀ ਵੱਲੋਂ ਇੱਥੇ ਦੀਆਂ ਸੰਗਤਾਂ ਨੂੰ ਬਹੁਤ ਬਹੁਤ ਵਧਾਈ ਦਿੰਦਾ ਹਾਂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੋ ਭਾਈ ਸਾਹਿਬ ਉਹਨਾਂ ਨੇ ਆਪਣੀ ਜਾਣਕਾਰੀ ਦੇ ਮੁਤਾਬਕ ਸਾਨੂੰ ਦੱਸਿਆ ਕਿ 20 ਤੋਂ 22ਵਾਂ ਜਿਹੜਾ ਨਗਰ ਕੀਰਤਨ ਆ ਉਹ ਬਰੇਸ਼ੀਆ ਦੀ ਧਰਤੀ ਤੇ ਸਜਾਇਆ ਜਾ ਰਿਹਾ। ਸਾਡੇ ਨਾਲ ਹੋਰ ਵੀ ਸਿੰਘ ਨੇ, ਉਹਨਾਂ ਨਾਲ ਕਰਦੇ ਨੇ ਗੱਲਬਾਤ। ਖਾਲਸਾ ਜੀ ਥੋੜਾ ਜਿਹਾ ਅੱਗੇ ਆਓ ਜੀ। ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲਾਂ ਇਹ ਦੱਸੋ ਜੀ ਤੁਸੀਂ ਕਿੱਥੋਂ ਆਏ ਹੋ ਤੇ ਪੰਜਾਬ ਤੋਂ ਕਿਸ ਜਗ੍ਹਾ ਨੂੰ ਬਿਲੋਂਗ ਕਰਦੇ ਹੋ? ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲਾਂ ਖਾਲਸਾ ਦੇ ਸਾਜਨਾ ਦਿਵਸ ਦੀਆਂ ਗੁਰੂ ਨਾਨਕ ਨਾਮ ਲੇਵਾ ਸੰਗਤਾਂ ਨੂੰ ਬਹੁਤ ਬਹੁਤ ਵਧਾਈਆਂ ਹੋਣ। ਜੋ ਕਿ ਆਪਾਂ ਭਾਈ ਸਾਹਿਬ ਨੇ ਸਵਾਲ ਕੀਤਾ, ਅਸੀਂ ਇੰਡੀਆ ਤੋਂ ਬੇਗਵਾਲ ਭਲਾਥੇ ਏਰੀਆ ਨੂੰ ਬਿਲੋਂਗ ਕਰਦੇ ਹਾਂ। ਇੱਥੋਂ ਆਪਾਂ ਵਿਚੈਂਸਾ ਤੋਂ ਗੁਰੂ ਰਾਮਦਾਸ ਨਿਵਾਸ ਕੈਂਪ ਤੋਂ ਬੱਸਾਂ ਲੈ ਕੇ ਆਏ ਹਾਂ, ਜੋ ਤਕਰੀਬਨ ਹਰ ਸਾਲ ਹੀ ਬੱਸਾਂ ਲੈ ਕੇ ਆਈ ਦੀਆਂ ਸੀ। ਸੋ ਆ 2 ਸਾਲ ਕਰੋਨਾ ਦੇ ਕਾਰਨ ਇੱਥੇ ਸਾਡੇ ਕੋਲੋਂ ਨਹੀਂ ਆਇਆ ਜਾ ਸਕਿਆ। ਜੋ ਕਰੋਨਾ ਦੇ ਪ੍ਰੋਬਲਮ ਕਰਕੇ ਨਾ ਕਿ ਕਿਧਰੇ ਵੀ ਕਿਸੇ ਵੀ ਨਗਰ ਕੀਰਤਨ ਸਜਾਏ ਗਏ ਹਨ। ਇਸ ਟਾਈਮ ਜਿੱਥੇ ਵੀ ਗੁਰੂ ਦੇ ਸਿੰਘ ਗਏ ਹਨ ਉਸ ਜਗ੍ਹਾ 'ਤੇ ਨਿਸ਼ਾਨ ਸਾਹਿਬ ਚਲਾ ਕੇ ਇਹਨਾਂ ਨੇ ਸੰਗਤਾਂ ਨੇ ਬਹੁਤ ਹੀ ਉਪਕਾਰ ਕੀਤੇ ਹਨ। ਸੋ ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਨਾ। ਭਾਈ ਸਾਹਿਬ ਨੇ ਵਾਹਿਗੁਰੂ ਜੀ ਫਤਿਹ। ਭਾਈ ਸਾਹਿਬ ਨੇ ਗੱਲ ਕੀਤੀ ਸੀ ਬੱਸਾਂ ਦੀ। ਮੈਂ ਇੱਕ ਗੱਲ ਹੋਰ ਖੋਲ੍ਹਦਾ ਜਾਂਦਾ ਨਾਲ, ਇਟਲੀ ਦੇ ਵਿੱਚ ਜਿੰਨੇ ਵੀ ਗੁਰਦੁਆਰਾ ਸਾਹਿਬ ਨੇ ਸਾਰਿਆਂ ਦਾ ਆਪਸ ਵਿੱਚ ਬੜਾ ਪਿਆਰ ਆ। ਜਦੋਂ ਇੱਕ ਜਗ੍ਹਾ ਤੇ ਨਗਰ ਕੀਰਤਨ ਹੁੰਦਾ ਵਾ ਤੇ ਦੂਰ ਦਰਾਡੇ ਤੋਂ ਜਿਹੜੀਆਂ ਦੂਜੀਆਂ ਸੰਗਤਾਂ ਵਾ ਉਹ ਬੱਸਾਂ ਰਾਹੀਂ ਜਾਂ ਕਾਰਾਂ ਰਾਹੀਂ ਉਸ ਜਗ੍ਹਾ ਤੇ ਪਹੁੰਚਦੀਆਂ ਨੇ। ਸੋ ਇਹ ਵੀ ਇੱਕ ਜਿਹੜੀ ਸਾਡੇ ਪੰਜਾਬੀ ਭਾਈਚਾਰੇ ਲਈ ਜਾਂ ਸਾਡੀ ਸਿੱਖ ਕੌਮ ਲਈ ਚੜ੍ਹਦੀ ਕਲਾ ਦਾ ਪ੍ਰਤੀਕ ਆ ਕਿ ਸਾਡਾ ਆਪਸ ਵਿੱਚ ਜਿਹੜਾ ਇੰਨਾ ਪਿਆਰ ਆ, ਮੁਹੱਬਤ ਆ। ਮਹਾਰਾਜ ਕਿਰਪਾ ਕਰਨ ਉਹ ਇਸੇ ਤਰ੍ਹਾਂ ਹੀ ਬਣਿਆ ਰਵੇ।
ਜੁੜੇ ਰਹੋ ਯੂਰਪ ਨਿਊਜ਼ ਪੰਜਾਬੀ ਦੇ ਨਾਲ ਤੇ ਕਰਵਾਉਂਦੇ ਹਾਂ ਤੁਹਾਡੀ ਹੋਰਨਾਂ ਸੰਗਤਾਂ ਦੇ ਨਾਲ ਗੱਲਬਾਤ। ਸੋ ਸਾਡੇ ਨਾਲ ਹੋਰ ਵੀ ਸਿੰਘ ਨੇ, ਆਓ ਕਰਦੇ ਹਾਂ ਇਹਨਾਂ ਦੇ ਨਾਲ ਗੱਲਬਾਤ। ਖਾਲਸਾ ਜੀ, ਸਾਨੂੰ ਇਹ ਦੱਸੋ ਵੀ ਕਿੰਨੇ ਸਾਲ ਹੋ ਗਏ ਨੇ ਇਟਲੀ 'ਚ ਰਹਿੰਦਿਆਂ, ਤੇ ਜਿਹੜਾ ਸਿੱਖੀ ਦਾ ਇੱਕ ਪ੍ਰਚਾਰ ਤੇ ਪ੍ਰਸਾਰ ਹੋ ਰਿਹਾ ਉਹਨੂੰ ਕਿਸ ਨਜ਼ਰੀਏ ਨਾਲ ਵੇਖਦੇ ਹੋ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਹਿਲੇ ਤੇ ਸਾਰੀ ਸੰਗਤ ਨੂੰ ਖਾਲਸਾ ਸਤਾਵਨਾਂ ਦਿਵਸ ਦੀਆਂ ਲੱਖ ਲੱਖ ਵਧਾਈਆਂ ਹੋਣ। ਭਾਜੀ ਨੇ ਸਵਾਲ ਪੁੱਛਿਆ ਵੀ ਕਿੰਨੇ ਸਾਲ ਹੋ ਗਏ ਨੇ, ਮੈਨੂੰ ਤਾਂ 20 ਸਾਲ ਹੋ ਗਏ ਨੇ ਇੱਥੇ ਆਇਆਂ ਨੂੰ, ਤੇ ਬਾਕੀ ਸੰਗਤ ਬਹੁਤ ਦੇਰ ਦੀ ਪਹਿਲਾਂ ਤੋਂ ਆਈ ਹੈ। ਹੁਣ ਪਰਮਾਤਮਾ ਨੇ ਇੰਨਾ ਬਖਸ਼ ਕੀਤੀ ਹੈ ਕਿ ਪ੍ਰਗਟਿਓ ਮਰਦ ਗਮੜ ਆਪ ਰਿਆਮ ਅਕੇਲਾ, ਵਾਹੋ ਵਾਹੋ ਗੋਬਿੰਦ ਸਿੰਘ ਆਪੇ ਗੁਰ ਚੇਲਾ। ਗੁਰੂ ਗੋਬਿੰਦ ਸਿੰਘ ਨੇ ਸਾਰੀ ਸਿੱਖ ਸੰਗਤ ਤੇ ਇੰਨੀ ਮਿਹਰ ਕੀਤੀ ਹੈ ਕਿ ਪੂਰੇ ਵਰਲਡ ਵਿੱਚ ਸਿੱਖੀ ਦਾ ਪ੍ਰਚਾਰ ਬਹੁਤ ਜ਼ੋਰਾਂ ਨਾਲ ਹੋ ਰਿਹਾ ਹੈ, ਔਰ ਜ਼ੋਰਾਂ ਨਾਲ ਹੋ ਰਿਹਾ ਹੈ। ਜੋ ਅੱਜ ਵੀ ਹਰ ਇੱਕ ਬੰਦੇ ਨੂੰ ਅੰਮ੍ਰਿਤ ਛਕਣਾ ਚਾਹੀਦਾ ਹੈ, ਹਰ ਇੱਕ ਪ੍ਰਾਣੀ ਨੂੰ ਅੰਮ੍ਰਿਤ ਛਕਣਾ ਚਾਹੀਦਾ ਹੈ, ਔਰ ਅੰਮ੍ਰਿਤ ਛਕ ਕੇ ਸਿੱਖ ਬਣਨਾ ਚਾਹੀਦਾ ਹੈ, ਬਾਣੀ ਨਾਲ ਜੁੜਨਾ ਚਾਹੀਦਾ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਇਹ ਸਨ ਸਿੰਘ ਸਾਹਿਬ ਜਿਨ੍ਹਾਂ ਨੇ ਸਾਡੇ ਨਾਲ ਗੱਲਬਾਤ ਕੀਤੀ ਆ, ਤੇ ਅਸੀਂ ਇਸੇ ਤਰ੍ਹਾਂ ਤੁਹਾਨੂੰ ਨਗਰ ਕੀਰਤਨ ਦੇ ਜਿਹੜੇ ਦ੍ਰਿਸ਼ ਆ ਉਹ ਯੂਰਪ ਨਿਊਜ਼ ਪੰਜਾਬੀ ਤੇ ਦਿਖਾਉਂਦੇ ਰਵਾਂਗੇ। ਜੁੜੇ ਰਹੋ। ਸੋ ਆਓ ਚੱਲਦੇ ਹਾਂ ਅਗਲੇ ਭਰਾ 'ਚ। ਵਾਹਿਗੁਰੂ ਜੀ ਕਾ ਖਾਲਸਾ, ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਖਾਲਸਾ ਜੀ, ਕਿੱਥੋਂ ਆਏ ਹੋ ਤੁਸੀਂ ਇਸ ਨਗਰ ਕੀਰਤਨ ਦੇ ਵਿੱਚ? ਅਸੀਂ ਆਏ ਹਾਂ ਬੋਰਗੋ ਸੁਜਾਕ ਤੋਂ ਜੀ, ਬੋਰਗੋ ਸੁਜਾਕਮੋ ਤੋਂ। ਕਿੰਨੀ ਦੂਰ ਪੈਂਦਾ ਜੀ ਇੱਥੋਂ? ਇੱਥੋਂ ਕੋਈ 40 ਕਿਲੋਮੀਟਰ ਪੈ ਜਾਂਦਾ ਜੀ। ਸੋ ਇਹ ਸਿੰਘ ਸਾਹਿਬ 40 ਕਿਲੋਮੀਟਰ ਤੋਂ ਜਿਹੜਾ ਇਸ ਨਗਰ ਕੀਰਤਨ 'ਚ ਸ਼ਮੂਲੀਅਤ ਕਰਨ ਆਏ ਆ। ਬਾਬਾ ਮੱਖਣ ਸ਼ਾਹ ਗੁਰਦੁਆਰਾ ਵਾਲਾ ਜੀ। ਸੋ ਬਾਬਾ ਮੱਖਣ ਸ਼ਾਹ ਲਬਾਣਾ ਸਿੱਖ ਸੈਂਟਰ ਬੋਰਗੋ ਸੰਜਾਗਮੋ ਤੋਂ ਇਹ ਸੰਗਤਾਂ ਜਿਹੜੀਆਂ ਆਈਆਂ ਵਾ। ਬਾਬਾ ਜੀ, ਕਿੰਨੀ ਕੁ ਸੰਗਤ ਹੋਏਗੀ ਨਗਰ ਕੀਰਤਨ ਦੇ ਵਿੱਚ, ਕੀ ਗੈਸ ਕਰ ਰਹੇ ਹੋ? ਸੰਗਤ ਦਾ ਤਾਂ ਕੋਈ ਹਿਸਾਬ ਹੀ ਨਹੀਂ ਹੁੰਦਾ ਜੀ। ਸੰਗਤ ਤੇ ਬਹੁਤ ਜ਼ਿਆਦਾ, ਪਿੱਛੇ ਤੱਕ ਨਿਗਾਹ ਮਾਰੋ, ਸੰਗਤ ਹੀ ਸੰਗਤ ਨਜ਼ਰ ਆਉਂਦੀ ਪਈ ਬਾਬਾ ਜੀ। ਕੀ ਮਹਿਸੂਸ ਕਰ ਰਹੇ ਹੋ ਨਗਰ ਕੀਰਤਨ ਦੇ ਵਿੱਚ ਪੁੱਜ ਕੇ? ਕਿਉਂਕਿ 2 ਸਾਲ ਹੋ ਗਏ ਆ ਸਾਰਾ ਕੁਝ ਜਿਹੜਾ ਬੰਦ ਹੋਇਆ ਪਿਆ ਸੀਗਾ ਕਰੋਨਾ ਵਾਇਰਸ ਦੇ ਕਾਰਨ। ਸੋ ਲੰਮੇ ਅਰਸੇ ਬਾਅਦ ਜਿਹੜਾ ਨਗਰ ਕੀਰਤਨ ਆ ਸੰਗਤਾਂ ਨੂੰ ਵੇਖਣ ਨੂੰ ਮਿਲਿਆ, ਕੀ ਮਹਿਸੂਸ ਕਰ ਰਹੇ ਹੋ? ਵੇਖੋ ਜੀ, ਖੁਸ਼ੀਆਂ ਖੁਸ਼ੀਆਂ ਪ੍ਰਾਪਤ ਹੋ ਰਹੀਆਂ ਨੇ ਮਹਾਰਾਜ ਦੀਆਂ ਨਗਰ ਕੀਰਤਨ ਦੇ ਵਿੱਚ ਜੀ। ਸੋ ਬਾਬਾ ਜੀ ਨੇ ਕਿਹਾ ਕਿ ਖੁਸ਼ੀਆਂ ਹੀ ਖੁਸ਼ੀਆਂ ਜਿਹੜੀਆਂ ਉਹ ਪ੍ਰਾਪਤ ਹੋ ਰਹੀਆਂ ਨੇ। ਬੜੇ ਹੀ ਭਾਗਾਂ ਵਾਲੇ ਨੇ ਉਹ ਭੈਣਾਂ ਭਰਾ ਜਿਹੜੇ ਇਸ ਨਗਰ ਕੀਰਤਨ ਵਿੱਚ ਸ਼ਮੂਲੀਅਤ ਕਰਨ ਲਈ ਪੁੱਜੇ ਨੇ। ਸੋ ਅਸੀਂ ਇੱਕ ਵਾਰੀ ਫਿਰ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵੀ ਸਭਨਾਂ ਨੂੰ ਜੀ ਆਇਆਂ ਆਖਦੇ ਹਾਂ, ਸਭਨਾਂ ਦਾ ਸਤਿਕਾਰ ਕਰਦੇ ਹਾਂ, ਵੈਲਕਮ ਕਰਦੇ ਹਾਂ। ਸੋ ਤੁਸੀਂ ਦੇਖ ਸਕਦੇ ਹੋ ਕਿ ਜਿਹੜੀ ਮਹਾਰਾਜ ਦੀ ਬੀੜ ਆ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਦੇ ਹੇਠ ਜਿਹੜਾ ਇਹ ਨਗਰ ਕੀਰਤਨ ਆ ਸਜਾਇਆ ਜਾ ਰਿਹਾ ਵਾ, ਔਰ ਇਸ ਦੀ ਜਿਹੜੀ ਅਗਵਾਈ ਆ ਉਹ 5 ਪਿਆਰੇ ਸਿੰਘ ਸਹਿਬਾਨ ਵੱਲੋਂ ਕੀਤੀ ਜਾ ਰਹੀ ਆ। ਸਿੱਖ ਕੌਮ ਲਈ ਇੱਕ ਹੋਰ ਬੜੀ ਵਧੀਆ ਗੱਲ ਆ, ਤਖਤ ਸ੍ਰੀ ਪਟਨਾ ਸਾਹਿਬ ਤੋਂ ਜਥੇਦਾਰ ਗਿਆਨੀ ਰਘਬੀਰ ਸਿੰਘ ਜੀ ਜਿਹੜੇ ਆ ਉਹ ਇਸ ਨਗਰ ਕੀਰਤਨ ਦੇ ਵਿੱਚ ਉਚੇਚੇ ਤੌਰ ਤੇ ਉਹਨਾਂ ਨੇ ਸ਼ਿਰਕਤ ਕੀਤੀ ਨਹੀਂ। ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਛਤਰ ਛਾਇਆ ਹੇਠ ਜਿਹੜਾ ਨਗਰ ਕੀਰਤਨ ਜਿਹੜਾ ਸਜਾਇਆ ਜਾ ਰਿਹਾ ਵਾ ਉਹਦੇ ਵਿੱਚ ਸ਼ਮੂਲੀਅਤ ਕਰ ਰਹੇ ਨੇ ਸੰਗਤਾਂ ਦੇ ਨਾਲ। ਸੋ ਮੈਂ ਤੁਹਾਨੂੰ ਦਿਖਾ ਰਿਹਾ ਵਾਂ ਕਿ ਕਿਸ ਤਰ੍ਹਾਂ ਸਾਡੀਆਂ ਜਿਹੜੀਆਂ ਬੀਬੀਆਂ ਭੈਣਾਂ ਵਾ ਇਹਨਾਂ ਵੱਲੋਂ ਵਾਹਿਗੁਰੂ ਮਹਾਰਾਜ ਦਾ ਗੁਰੂ ਗ੍ਰੰਥ ਸਾਹਿਬ ਦੇ ਸਤਿਕਾਰ ਨੂੰ ਧਿਆਨ ਵਿੱਚ ਰੱਖਦਿਆਂ ਆ ਪਿੱਛੇ ਪਾਣੀ ਦੀ ਟੈਂਕੀ ਆ, ਜਿਹੜੀ ਪਾਣੀ ਦੀ ਵਰਖਾ ਜਿਹੜੀ ਹੋ ਰਹੀ ਆ, ਪਾਣੀ ਦਾ ਛੜਕਾਓ ਹੋ ਰਿਹਾ ਵਾ। ਨਾਲ ਦੀ ਨਾਲ ਹੀ ਬੀਬੀਆਂ ਭੈਣਾਂ ਵੱਲੋਂ ਜਿਹੜਾ ਰਸਤੇ ਆ ਝਾੜੂਆਂ ਦੇ ਨਾਲ ਉਹਨਾਂ ਦੀ ਸਫਾਈ ਕੀਤੀ ਜਾ ਰਹੀ ਆ। ਇਸ ਨਗਰ ਕੀਰਤਨ ਦੇ ਵਿੱਚ ਕੋਈ 40 ਤੋਂ 50 ਹਜ਼ਾਰ ਦੇ ਕਰੀਬ ਜਿਹੜੀਆਂ ਸਿੱਖ ਸੰਗਤਾਂ ਨੇ ਉਹ ਹਾਜ਼ਰੀਆਂ ਭਰਦੀਆਂ ਨੇ। ਮੈਂ ਅੱਗੇ ਵੀ ਗੱਲ ਦੱਸ ਚੁੱਕਾ ਕਿ 2 ਸਾਲ ਦੇ ਵਕਫੇ ਦੇ ਬਾਅਦ ਜਿਹੜਾ ਇਹ ਨਗਰ ਕੀਰਤਨ ਆ ਹੋਣ ਜਾ ਰਿਹਾ ਵਾ, ਔਰ ਅਸੀਂ ਅਕਸਰ ਇਹਨੂੰ ਕਹਿੰਦੇ ਹੁੰਦੇ ਆ ਕਿ ਇਟਲੀ ਦੇ ਵੱਡੇ ਨਗਰ ਕੀਰਤਨਾਂ ਵਿੱਚੋਂ ਇੱਕ ਵਾ ਇਹ ਜਿਹੜਾ ਨਗਰ ਕੀਰਤਨ ਆ ਬ੍ਰੇਸ਼ੀਆ, ਕਿਉਂਕਿ ਇੱਥੇ ਜਿਹੜਾ ਸਿੱਖ ਸੰਗਤਾਂ ਵਾ ਉਹ ਬੜੀ ਵੱਡੀ ਤਾਦਾਦ ਦੇ ਵਿੱਚ ਰਹਿੰਦੀਆਂ ਨੇ, ਤੇ ਜਿੱਥੇ ਸੰਗਤਾਂ ਰਹਿੰਦੀਆਂ ਹੋਣ ਉੱਥੇ ਗੁਰੂ ਸਾਹਿਬ ਦਾ ਜਿਹੜਾ ਸਤਿਕਾਰ ਆ ਉਹ ਆਪਣੇ ਆਪ ਹੀ ਸੰਗਤਾਂ ਜਿਹੜੀਆਂ ਵਾ ਜਾਂ ਗੁਰੂ ਸਾਹਿਬ ਆਪਣੇ ਆਪ ਹੀ ਸੰਗਤਾਂ ਤੋਂ ਸੇਵਾਵਾਂ ਜਿਹੜੀਆਂ ਉਹ ਲੈਂਦੇ ਨੇ। ਸੋ ਇਹ ਜਿਹੜੀਆਂ ਤੁਸੀਂ ਕੈਮਰੇ ਤੇ ਤਸਵੀਰਾਂ ਵੇਖ ਰਹੇ ਨੇ ਉਹ ਗੁਰੂ ਗ੍ਰੰਥ ਸਾਹਿਬ ਜੀ ਦੀ ਜਿਹੜੀ ਅਪਾਰ ਕਿਰਪਾ ਵਾ, ਜਿਸ ਦੇ ਸਦਕਾ ਅੱਜ ਜਿਹੜਾ ਇਹ ਜੋੜ ਮੇਲਾ ਵਾ ਹੋ ਰਿਹਾ ਵਾ। ਖਾਲਸੇ ਦਾ ਪ੍ਰਗਟ ਦਿਹਾੜਾ ਜਿਹੜਾ ਉਹ ਮਨਾਉਣਾ ਕੀਤਾ ਹੈ ਗੁਰਦੁਆਰਾ ਸਿੰਘ ਸਭਾ ਫਲੈਰੋ ਬ੍ਰੇਸ਼ੀਆ ਦੀ ਪ੍ਰਬੰਧਕ ਕਮੇਟੀ ਦੇ ਵੱਲੋਂ। ਤੇ ਤੁਸੀਂ ਜਿਹੜੇ ਮੌਕੇ ਦੇ ਜਿਹੜੀਆਂ ਤਸਵੀਰਾਂ ਜਿਹੜੀ ਦ੍ਰਿਸ਼ ਆ ਉਹ ਆਪਣੇ ਆਪ 'ਚ ਬਿਆਨ ਕਰਦੇ ਨੇ ਜਿਹੜਾ ਸਿੱਖ ਸੰਗਤਾਂ ਦਾ ਅਥਾਹ ਪਿਆਰ ਆ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਲੈ ਕੇ। ਤੁਸੀਂ ਦੇਖ ਸਕਦੇ ਹੋ ਆ ਜਿਹੜੀ ਗੱਡੀ ਆ ਪਾਣੀ ਦਾ ਛੜਕਾਓ ਕਰ ਰਹੀ ਆ, ਉਸ ਦੇ ਨਾਲ ਬੀਬੀਆਂ ਭੈਣਾਂ ਜਿਨ੍ਹਾਂ ਦੇ ਹੱਥਾਂ ਦੇ ਵਿੱਚ ਝਾੜੂ ਨੇ ਉਹ ਰਸਤਿਆਂ ਨੂੰ ਸਾਫ਼ ਕਰਦੀਆਂ ਨੇ। ਉਸ ਤੋਂ ਪਿੱਛੇ
ਜਿਹੜੇ 5 ਪਿਆਰੇ ਸਹਿਬਾਨ ਆ ਨਗਰ ਕੀਰਤਨ ਦੀ ਅਗਵਾਈ ਕਰ ਰਹੇ ਨੇ। ਉਸ ਤੋਂ ਪਿੱਛੇ ਸ਼੍ਰੀ ਪਾਲਕੀ ਸਾਹਿਬ ਸੁਸ਼ੋਭਿਤ ਆ। ਜਨ ਸੰਗਤਾਂ ਜਿਹੜੀਆਂ ਕਿ ਠਾਠਾਂ ਮਾਰਦਾ ਇੱਕ ਜਿਹੜਾ ਇਕੱਠ ਆ ਇਸ ਨਗਰ ਕੀਰਤਨ ਦੇ ਵਿੱਚ ਤੁਹਾਨੂੰ ਨਜ਼ਰ ਆ ਰਿਹਾ ਵਾ। ਸੰਗਤਾਂ ਦਾ ਜਿਹੜਾ ਪਿਆਰ ਆ ਉਹ ਵੇਖਣ ਨੂੰ ਮਿਲ ਰਿਹਾ ਵਾ। ਗੱਲ ਚੱਲ ਰਹੀ ਆ ਨਗਰ ਕੀਰਤਨ ਗੁਰਦੁਆਰਾ ਸਿੰਘ ਸਭਾ ਫਲੈਰੋ ਬ੍ਰੇਸ਼ੀਆ ਦੀ, ਤੇ ਮੇਰੇ ਨਾਲ ਸ਼੍ਰੋਮਣੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਇਟਲੀ ਦੇ ਮੁੱਖ ਸੇਵਾਦਾਰ ਰਵਿੰਦਰਜੀਤ ਸਿੰਘ ਬਲਜਾਨੋ ਆ, ਜਿਹੜੇ ਕਿ ਇੱਥੋਂ 200 ਕਿਲੋਮੀਟਰ ਤੋਂ ਚੱਲ ਕੇ ਇਸ ਨਗਰ ਕੀਰਤਨ ਵਿੱਚ ਸ਼ਮੂਲੀਅਤ ਕਰਨ ਆਏ ਆ, ਜਿੱਥੇ ਹੋਰ ਬੜੀਆਂ ਵੱਡੀਆਂ ਸੇਵਾਵਾਂ ਨਿਭਾ ਰਹੇ ਨੇ ਸਿੱਖ ਸੰਗਤਾਂ ਲਈ। ਖਾਲਸਾ ਜੀ, ਕੀ ਕਹਿਣਾ ਚਾਹੋਗੇ ਇਸ ਜਿਹੜਾ ਸ਼ੁਭ ਦਿਹਾੜਾ ਵਾ ਅੱਜ ਲਈ, ਕੀ ਕਹਿਣਾ ਚਾਹੋਗੇ ਇਸ ਮੌਕੇ ਤੇ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਜੋ ਖਾਲਸਾ ਸਾਜਨਾ ਦਿਵਸ ਅਤੇ ਵਿਸਾਖੀ ਦੇ ਇਸ ਮਹਾਨ ਪੁਰਬ ਦੇ ਦਿਨ ਜੋ ਬ੍ਰੇਸ਼ੀਆ ਵਿਖੇ ਹਰ ਸਾਲ ਦੀ ਤਰ੍ਹਾਂ ਪਿਛਲੇ ਕੁਝ ਸਮੇਂ ਨੂੰ ਛੱਡ ਕੇ ਜੋ ਬੜਾ ਮਹਾਨ ਇੱਕ ਨਗਰ ਕੀਰਤਨ ਸਜਾਇਆ ਜਾਂਦਾ ਹੈ, ਸੋ ਅੱਜ ਦੇ ਇਸ ਪਾਵਨ ਪਵਿੱਤਰ ਦਿਹਾੜੇ ਤੇ ਆਪ ਸਾਰੀਆਂ ਪੂਰੇ ਸੰਸਾਰ ਪੱਧਰ ਤੇ ਸਾਰੀਆਂ ਸਿੱਖ ਸੰਗਤਾਂ ਨੂੰ, ਪੂਰੇ ਸੰਸਾਰ ਪੱਧਰ ਤੇ ਸਾਰੀਆਂ ਸਿੱਖ ਸੰਗਤਾਂ ਨੂੰ ਜਿਹੜੀਆਂ ਬਹੁਤ ਵਧਾਈਆਂ ਹੋਣ ਇਸ ਖਾਲਸਾ ਸਾਜਨਾ ਦਿਵਸ ਤੇ। ਅੱਜ ਸਾਰੇ ਅਸੀਂ ਰਲ ਮਿਲ ਕੇ ਬੜੇ 2 ਸਾਲ ਦੇ ਲੰਬੇ ਸਮੇਂ ਤੋਂ ਬਾਅਦ ਸਤਿਗੁਰੂ ਨੇ ਸਾਨੂੰ ਸਮਾਂ ਬਖਸ਼ਿਸ਼ ਕੀਤਾ, ਔਰ ਹਮੇਸ਼ਾ ਚਾਹੇ ਭਾਵੇਂ ਆਪਣੇ ਇਲਾਕਿਆਂ ਵਿੱਚ ਵੀ ਨਗਰ ਕੀਰਤਨ ਨਿਕਲਦੇ ਨੇ, ਲੇਕਿਨ ਇਸ ਬ੍ਰੇਸ਼ੀਆ ਦੇ ਨਗਰ ਕੀਰਤਨ ਤੇ ਗੁਰਦੁਆਰਾ ਸਿੰਘ ਸਭਾ ਫਲੇਰੋ ਦੇ ਜੋ ਇਹ ਕਾਰਜ ਬੜੇ ਸਾਲਾਂ ਤੋਂ ਚੱਲਦਾ ਲਗਾ ਆ ਰਿਹਾ, ਤੇ ਇਹਦੀ ਹਮੇਸ਼ਾ ਤਾਂਘ ਰਹਿੰਦੀ ਹੈ, ਵੱਡੇ ਪੱਧਰ ਤੇ ਤਾਂਘ ਰਹਿੰਦੀ, ਤੇ ਵੱਧ ਤੋਂ ਵੱਧ ਸੰਗਤਾਂ ਇੱਥੇ ਪਹੁੰਚ ਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰਦੀਆਂ ਨੇ ਜੀ। ਮੈਂ ਵਾਰ-ਵਾਰ ਗੱਲ ਕਰ ਰਿਹਾ ਕਿ ਸੰਗਤ ਨੂੰ ਭਾਈ ਸਾਹਿਬ ਨੇ ਵੀ ਉਹੀ ਗੱਲ ਆਖੀ ਆ ਕਿ ਕਤਾਂਗ ਰਹਿੰਦੀ ਆ। ਮੈਂ ਪਹਿਲਾਂ ਵੀ ਕਈ ਵਾਰ ਇਹ ਗੱਲ ਕੈਮਰੇ ਤੇ ਕਲੀਅਰ ਕਰ ਚੁੱਕਿਆ ਕਿ ਜਿਹੜਾ ਇਟਲੀ ਦੇ ਸਭ ਤੋਂ ਵੱਡੇ ਨਗਰ ਕੀਰਤਨਾਂ ਚੋਂ ਇੱਕ ਨਗਰ ਕੀਰਤਨ ਆ, ਉਹ ਅੱਜ ਸੰਗਤ ਜਿਹੜੀ ਆ ਉਹ ਦੇਖ ਰਹੀ ਆ। ਖਾਲਸਾ ਜੀ, ਸਾਨੂੰ ਇੱਕ ਛੋਟੀ ਜੀ ਜਾਣਕਾਰੀ ਹੋਰ ਦਿਓ, ਤੁਹਾਨੂੰ ਬੜੀ ਜ਼ਿਆਦੀ ਨੌਲੇਜ ਆ ਇਟਲੀ ਬਾਰੇ, ਕਿ ਕਿੰਨੇ ਕੁ ਟੋਟਲ ਜਿਹੜੇ ਨਗਰ ਕੀਰਤਨ ਆ ਹਰ ਸਾਲ ਰੈਗੂਲਰ ਇਟਲੀ ਦੇ ਵਿੱਚ ਹੋ ਜਾਂਦੇ ਆ? ਇਹਦੇ ਬਾਰੇ ਕੰਪਲੀਟ ਜਾਣਕਾਰੀ ਤਾਂ ਨਹੀਂ, ਲੇਕਿਨ ਫਿਰ ਵੀ ਨਾਰਥ ਇਟਲੀ ਦੇ ਤਕਰੀਬਨ ਸਾਰੇ ਹੀ ਗੁਰਦੁਆਰਾ ਸਾਹਿਬ ਨੇ ਜਿਹੜੇ ਹਰ ਸਾਲ ਦੇ ਸਾਲ ਨਗਰ ਕੀਰਤਨ ਕਰਦੇ ਨੇ, ਤੇ ਤਕਰੀਬਨ ਮੇਰੇ ਹਿਸਾਬ ਨਾਲ 30 ਤੋਂ ਉੱਪਰ ਗੁਰਦੁਆਰਾ ਸਾਹਿਬ ਨੇ, ਤੇ ਜਿਨ੍ਹਾਂ ਦੇ ਵਿੱਚੋਂ ਬ੍ਰੇਸ਼ੀਆ ਵਿੱਚ ਨਗਰ ਕੀਰਤਨ ਹੁੰਦੇ ਨੇ, ਕਰਮੋਨਾ ਵਿਚੈਂਸਾ, ਬੁਲਜ਼ਾਨੋ। ਤਾਂ ਅਸੀਂ ਤਕਰੀਬਨ 1 ਸਾਲ ਤੋਂ ਬਾਅਦ 1 ਸਾਲ ਗੁਰਦੁਆਰਾ ਸਾਹਿਬ ਤੋਂ ਹੋਂਦ ਵਿੱਚ ਆਇਆ ਸੀ, ਉਸ ਸਾਲ ਹੀ ਪਰਮਿਸ਼ਨ ਲੈ ਲਈ ਸੀਗੀ, ਤੇ ਗੁਰੂ ਸਾਹਿਬ ਦੀ ਬੜੀ ਅਪਾਰ ਬਖਸ਼ਿਸ਼ ਆ, ਮਹਾਰਾਜ ਸਾਹਿਬ ਕਿਰਪਾ ਕਰਦੇ ਨੇ। ਬ੍ਰੇਸ਼ੀਆ ਦੇ ਵਿੱਚ ਵੀ 2 ਨਗਰ ਕੀਰਤਨ ਨਿਕਲਦੇ ਨੇ, ਇੱਕ ਖਾਲਸਾ ਸਾਜਨਾ ਦਿਵਸ ਨੂੰ ਸਮਰਪਿਤ, ਤੇ ਗੁਰਦੁਆਰਾ ਬੋਰਗੋ ਸੰਜਾਕਮੋ ਜਿਹੜਾ ਵੇ ਉੱਥੋਂ ਗੁਰੂ ਨਾਨਕ ਸਾਹਿਬ ਦੇ ਪ੍ਰਕਾਸ਼ ਦਿਹਾੜੇ ਤੇ ਨਗਰ ਕੀਰਤਨ ਵੀ ਨਿਕਲਦਾ, ਔਰ ਬ੍ਰੇਸ਼ੀਆ ਦਾ ਦੂਸਰਾ ਬਾਬਾ ਬੁੱਢਾ ਜੀ ਸਿੱਖ ਸੈਂਟਰ ਜਿਹੜਾ ਕਸਤਨੇਲ ਉੱਥੋਂ ਵੀ ਨਗਰ ਕੀਰਤਨ ਸਜਾਇਆ ਜਾਂਦਾ। ਤੇ ਮੇਰੇ ਹਿਸਾਬ ਨਾਲ ਜੇ ਆਪਾਂ ਗੱਲ ਕਰੀਏ ਨਾਰਥ ਇਟਲੀ ਦੇ ਤਕਰੀਬਨ 20 ਗੁਰਦੁਆਰਾ ਸਾਹਿਬ ਦੇ ਨਗਰ ਕੀਰਤਨ ਹਰ ਸਾਲ ਦੇ ਸਾਲ ਜਿਹੜੇ ਨਿਕਲਦੇ ਨੇ। ਸੋ ਇਹ ਭਾਈ ਸਾਹਿਬ ਉਹਨਾਂ ਨੇ ਦੱਸਿਆ ਕਿ 20 ਤੋਂ ਲੈ ਕੇ 30 ਨਗਰ ਕੀਰਤਨ ਜਿਹੜੇ ਉਹ ਸਿਰਫ ਉੱਤਰੀ ਇਟਲੀ ਵਿੱਚ ਹੁੰਦੇ ਨੇ। ਉਸ ਤੋਂ ਬਾਅਦ 'ਚ ਜਿਹੜੀ ਗੱਲ ਹੁੰਦੀ ਆ ਸੈਂਟਰ ਇਟਲੀ ਆ, ਦੱਖਣੀ ਇਟਲੀ ਆ। ਸੋ ਸਾਡੇ ਨਾਲ ਹੋਰ ਵੀ ਭਾਈ ਸਾਹਿਬ ਨੇ, ਇਹਨਾਂ ਨੂੰ ਪੁੱਛਾਂਗੇ ਕਿ ਕਿੱਥੋਂ ਆਏ ਨੇ ਤੇ ਇੰਡੀਆ ਤੋਂ ਭਾਈ ਸਾਹਿਬ ਦਾ ਕਿਹੜਾ ਇਲਾਕਾ ਵਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਖਾਲਸਾ ਜੀ, ਸਾਨੂੰ ਜਾਣਕਾਰੀ ਦਿਓ ਕਿ ਤੁਸੀਂ ਕਿੱਥੋਂ ਆਏ ਹੋ ਨਗਰ ਕੀਰਤਨ ਸ਼ਮੂਲੀਅਤ ਕਰਨ ਲਈ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਖਾਲਸਾ ਸਾਜਨਾ ਦਿਵਸ ਦੀਆਂ ਸਾਰੀ ਸਿੱਖ ਕੌਮ ਨੂੰ ਲੱਖ ਲੱਖ ਵਧਾਈਆਂ ਹੋਣ। ਅਸੀਂ ਇਸ ਨਗਰ ਕੀਰਤਨ ਦੇ ਵਿੱਚ ਬਲਜਾਨੋ ਸ਼ਹਿਰ ਤੋਂ ਆਏ ਹਾਂ, ਤੇ ਫਿਰ ਦੁਬਾਰਾ ਸਾਰੀ ਸਿੱਖ ਸੰਗਤ ਨੂੰ ਲੱਖ ਲੱਖ ਵਧਾਈਆਂ ਹੋਣ ਇਸ ਖਾਲਸਾ ਸਿੰਘ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਸੋ ਸਿੰਘ ਸਾਹਿਬਾਨ ਨੇ ਸਾਡੇ ਨਾਲ, ਇਹਨਾਂ ਨਾਲ ਵੀ ਗੱਲ ਕਰਦੇ ਆ। ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਵੀ ਨੇਗੇ। ਖਾਲਸਾ ਜੀ, ਕੀ ਮਹਿਸੂਸ ਕਰ ਰਹੇ ਹੋ ਜਿਹੜੇ ਨਗਰ ਕੀਰਤਨ ਆ ਸਿੱਖ ਸੰਗਤ ਵੱਲੋਂ ਸਜਾਏ ਜਾ ਰਹੇ ਨੇ? ਸਿੱਖੀ ਦਾ ਜਿਹੜਾ ਪ੍ਰਚਾਰ ਆ ਉਹ ਕਿਸ ਤਰੀਕੇ ਵੇਖ ਰਹੇ ਹੋ ਇਟਲੀ 'ਚ? ਸਭ ਤੋਂ ਪਹਿਲਾਂ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਸ ਤਰ੍ਹਾਂ ਤੁਸੀਂ ਇੱਥੇ ਨਗਰ ਕੀਰਤਨਾਂ ਦੀ ਗੱਲ ਕੀਤੀ ਹੈ, ਪਿਛਲੇ ਹਫ਼ਤੇ ਸਾਡੇ ਵੀ ਗੁਰਦੁਆਰਾ ਗੁਰੂ ਨਾਨਕ ਦਰਬਾਰ ਕਸਤੂਰਬਾ ਮੋਦਨਾ ਵਿਖੇ ਬਹੁਤ ਹੀ ਸੰਗਤਾਂ ਦਾ ਠਾਠਾ ਮਾਰਦਾ ਇਕੱਠ ਸੀ, ਜੋ ਕਿ ਸਾਡੀ ਅਨੁਮਾਨ ਤੋਂ ਬਹੁਤ ਵੱਧ ਸੀ। ਬਾਕੀ ਹਰ ਗੁਰੂ ਘਰਾਂ ਦੇ ਵਿੱਚ ਇੱਥੇ ਨਗਰ ਕੀਰਤਨ ਸਜਾਏ ਜਾਂਦੇ ਹਨ, ਅਤੇ ਸੰਗਤਾਂ ਬੜੀ ਪਿਆਰ ਦੇ ਨਾਲ ਅਤੇ ਸੰਯੋਗ ਦੇ ਨਾਲ ਆਪਣਾ ਨਗਰ ਕੀਰਤਨ ਦੀ ਪਰਿਕਰਮਾ ਕਰਦੇ ਹੋਏ, ਆਪਣੇ ਗੁਰੂ ਸਾਹਿਬ ਤੋਂ ਆਸ਼ੀਰਵਾਦ ਲੈਂਦੇ ਹੋਏ ਆਪਣੇ ਮਨੋਕਾਮਨਾ ਪੂਰੀਆਂ ਕਰਦੇ ਹਨ, ਜੋ ਕਿ ਖਾਲਸੇ ਦੇ ਪ੍ਰਗਟ ਦਿਹਾੜੇ ਦੇ ਨਗਰ ਕੀਰਤਨ ਦੀਆਂ ਬ੍ਰੇਸ਼ੀਆ ਪਹੁੰਚੀਆਂ ਸੰਗਤਾਂ ਨੂੰ ਲੱਖ ਲੱਖ ਮੁਬਾਰਕਾਂ। ਮੇਰੇ ਨਾਲ ਗੁਰਦੁਆਰਾ ਸਾਹਿਬ ਦੇ ਮੁੱਖ ਸੇਵਾਦਾਰ ਭਾਈ ਸੁਖਵਿੰਦਰ ਸਿੰਘ ਜੀ, ਜੋ ਕਿ ਗੁਰਦੁਆਰਾ ਗੁਰੂ ਨਾਨਕ ਦਰਬਾਰ ਦੇ ਹਨ, ਉਹਨਾਂ ਤੇ ਸੋ ਸਾਡੇ ਨਾਲ ਗੁਰਦੁਆਰਾ ਗੁਰੂ ਨਾਨਕ ਸਾਹਿਬ ਦੇ ਮੁੱਖ ਸੇਵਾਦਾਰ ਨੇ, ਅਸੀਂ ਉਹਨਾਂ ਨਾਲ ਗੱਲ ਕਰਾਂਗੇ। ਖਾਲਸਾ ਜੀ, ਇੰਡੀਆ ਤੋਂ ਕਿਸ ਏਰੀਏ ਨੂੰ ਬਿਲੋਂਗ ਕਰਦੇ ਹੋ? ਇਹ ਵੀ ਇੱਕ ਇੰਟਰਸਟਡ ਗੱਲਾਂ ਹੁੰਦੀਆਂ, ਸੰਗਤ ਦਾ ਜਿਹੜਾ ਬੜਾ ਉਤਸ਼ਾਹ ਹੁੰਦਾ। ਦਸੂਹੇ ਤੋਂ ਬਿਲੋਂਗ ਕਰਦਾ, ਹੁਸ਼ਿਆਰਪੁਰ ਡਿਸਟ੍ਰਿਕਟ ਹੈ ਮੇਰਾ, ਪਿੰਡ ਨਰਾਇਣਗੜ੍ਹ ਉੱਥੇ।
ਕਿੰਨੇ ਕੁ ਸਾਲ ਹੋ ਗਏ ਤੁਹਾਨੂੰ ਇਟਲੀ 'ਚ ਰਹਿੰਦਿਆਂ ਨੂੰ? ਤਕਰੀਬਨ 20 ਸਾਲ ਹੋ ਗਏ ਇੱਥੇ, 20-22 ਸਾਲ। ਕੀ ਕਾਰੋਬਾਰ ਕਰਦੇ ਆ ਕਿਉਂਕਿ ਇੰਟਰਸਟਡ ਗੱਲਾਂ ਨੇ ਇਹ। ਕਾਰੋਬਾਰ ਮੇਰਾ ਜੀ ਮਿੱਤਲ ਮਕੈਨਿਕ ਦਾ ਮੈਂ ਕੰਮ ਕਰਦਾ ਫੈਕਟਰੀ ਦੇ ਵਿੱਚ, ਨਾਲ ਮੇਰੇ ਬੱਚੇ ਹੈ, ਬੱਚੇ ਵੀ ਸਾਰੇ ਇੱਕੋ ਫੈਕਟਰੀ 'ਚ, ਅਸੀਂ 5-6 ਹੈਗੇ ਮੇਰੇ ਘਰ ਦੇ ਜੀ, ਸਾਰੇ ਇੱਕੋ ਹੀ ਫੈਕਟਰੀ 'ਚ ਕੰਮ ਕਰਦੇ, ਮਿੱਤਲ ਮਕੈਨਿਕ ਦੀ ਕੰਮ। ਖਾਲਸਾ ਪੰਥ ਦਾ ਸਾਜਨਾ ਦਿਹਾੜਾ ਜਿਹੜਾ ਬੜੀ ਚੜ੍ਹਦੀ ਕਲਾ ਨਾਲ ਮਨਾਇਆ ਜਾ ਰਿਹਾ ਵਾ, ਤੇ ਜਦੋਂ ਤੱਕ ਮੈਨੂੰ ਯਾਦ ਆ ਕਿ ਜਦੋਂ ਇੰਡੀਆ ਰਹਿੰਦੇ ਹੁੰਦੇ ਸੀ ਤੇ ਖਾਲਸਾ ਪੰਥ ਦੇ ਸਾਜਨਾ ਦਿਹਾੜੇ ਤੇ ਬੜੇ ਅੰਮ੍ਰਿਤ ਸੰਚਾਰ ਵੀ ਹੁੰਦੇ ਸੀ। ਇਸ ਤਰ੍ਹਾਂ ਦੇ ਜਿਹੜੇ ਕੋਈ ਪ੍ਰੋਗਰਾਮ ਆ ਉਹ ਵੀ ਉਲੀਕ ਰਹੀਆਂ ਨੇ ਇੱਥੇ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਜਾਂ ਨਹੀਂ? ਇੱਥੇ ਜੀ ਆ ਹੁਣ ਥੋੜੇ ਦਿਨ ਹੀ ਹੋਏ ਆ, ਆਪਣੇ ਗੁਰਦੁਆਰਾ ਸਭ ਤੋਂ ਵੱਡਾ ਵਾ ਸਾਡੇ ਇਸ ਇਟਲੀ ਦੇ ਵਿੱਚ, ਨਵਲਾਰਾ ਸਾਹਿਬ, ਨਵਲਾਰੇ ਸਾਹਿਬ ਹੁਣੇ ਹੋਇਆ ਵਾ ਆਪਣੇ ਪਿਛਲੇ ਅੰਮ੍ਰਿਤ ਸੰਚਾਰ ਹੋਇਆ ਵਾ, ਤੇ ਇੱਥੇ ਹੋਰ ਵੀ ਕਰਾਵਾਂਗੇ ਜਿੰਨਾ ਵੀ ਵੱਧ ਤੋਂ ਵੱਧ ਹੋ ਸਕਿਆ। ਬਾਕੀ ਆ ਨਗਰ ਕੀਰਤਨ ਦੀਆਂ ਲੱਖ ਲੱਖ ਵਧਾਈਆਂ ਸਾਰੀ ਸੰਗਤ ਨੂੰ, ਕਿਉਂਕਿ ਫਲੇਰੋ ਦੇ ਵਿੱਚ ਸਭ ਤੋਂ ਵੱਡਾ ਨਗਰ ਕੀਰਤਨ ਹੈ ਜਿਹੜਾ ਹੈ ਇਟਲੀ ਦੇ ਵਿੱਚ ਕੱਢਿਆ ਜਾ ਰਿਹਾ, ਹਰ ਸਾਲ ਕੱਢਿਆ ਜਾਂਦਾ। 2 ਸਾਲ ਕੋਵਿਡ ਦੇ ਕਰਕੇ ਜਿਹੜਾ ਰੁਕਿਆ ਸੀਗਾ, ਇਸ ਕਰਕੇ ਇਸ ਵਾਰ ਫੇਰ ਹੁਣ ਸੰਗਤਾਂ ਉਸੇ ਤਰ੍ਹਾਂ ਹੀ ਜਿਸ ਤਰ੍ਹਾਂ ਪਹਿਲਾਂ ਇਕੱਠ ਹੁੰਦਾ ਸੀ ਉਸੇ ਤਰ੍ਹਾਂ ਹੀ ਸੰਗਤਾਂ ਦਾ ਇਕੱਠਾਂ ਮਾਰਦਾ ਆਪਣੇ ਖਾਲਸਾ ਪੰਥ ਦੀਆਂ ਸਾਰੀ ਸੰਗਤ ਨੂੰ, ਯੂਰਪ ਦੇ ਵਿੱਚ ਜਿੰਨੀ ਵੀ ਸੰਗਤ ਵਸਦੀ ਹੈ ਸਾਰੀ ਨੂੰ ਲੱਖ ਲੱਖ ਵਧਾਈਆਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। 23 ਤਰੀਕ ਨੂੰ ਗੁਰਦੁਆਰਾ ਨਵਲਾਰਾ ਵਿਖੇ ਨਗਰ ਕੀਰਤਨ ਸਜਾਇਆ ਜਾ ਰਿਹਾ, ਤਾਂ ਇਸੇ ਤਰ੍ਹਾਂ 30 ਤਰੀਕ ਨੂੰ ਗੁਰਦੁਆਰਾ ਕਰਿਜੋ ਵਿਖੇ, ਜੋ ਕਿ ਦੋਨੇ ਗੁਰਦੁਆਰਾ ਸਾਹਿਬ ਰਿਜੋ ਮੀਡੀਆ 'ਚ ਪੈਂਦੇ ਹਨ, ਸੰਗਤਾਂ ਨੂੰ ਬੇਨਤੀ ਕਰਦੇ ਹਾਂ ਤੁਹਾਡੇ ਮਾਧਿਅਮ ਰਾਹੀਂ ਕਿ ਵੱਧ ਤੋਂ ਵੱਧ ਸੰਗਤਾਂ ਆਉਣ ਅਤੇ ਆਪਣੇ ਮਨੋਕਾਮਨਾ ਪੂਰੀਆਂ ਕਰਨ। ਬੜੀ ਚੰਗੀ ਗੱਲ ਆ ਭਾਈ ਸਾਹਿਬ ਨੇ ਜਿੱਥੇ ਸਾਨੂੰ ਇਸ ਨਗਰ ਕੀਰਤਨ ਦੀ ਸ਼ੋਭਾ ਵਧਾਉਂਦਿਆਂ ਇਹਦੇ ਬਾਰੇ ਗੱਲਾਂ ਬਾਤਾਂ ਕੀਤੀਆਂ ਨੇ, ਉੱਥੇ ਜਿਹੜੇ ਆਉਣ ਵਾਲੇ ਪ੍ਰੋਗਰਾਮ ਆ ਉਹਨਾਂ ਦਾ ਵੀ ਜ਼ਿਕਰ ਕਰਦਿਆਂ ਸੰਗਤ ਨੂੰ ਬੇਨਤੀ ਕੀਤੀ ਆ ਕਿ ਸੰਗਤ ਉਹਨਾਂ ਨਗਰ ਕੀਰਤਨਾਂ ਵਿੱਚ ਵੀ ਵੱਧ ਚੜ ਕੇ ਪੁੱਜੇ। ਸੋ ਅਸੀਂ ਵੀ ਆਪਣੇ ਮਾਧਿਅਮ ਰਾਹੀਂ ਇੱਕ ਸੰਦੇਸ਼, ਇੱਕ ਮੈਸੇਜ ਦੇਣਾ ਚਾਹੁੰਦੇ ਆ ਸਿੱਖ ਕੌਮ ਨੂੰ ਕਿ ਜਿੱਥੇ ਵੀ ਇਲਾਕੇ 'ਚ ਤੁਹਾਡੇ ਕਿਤੇ ਵੀ ਨਗਰ ਕੀਰਤਨ ਹੁੰਦਾ ਜਾਂ ਧਾਰਮਿਕ ਸਮਾਗਮ ਹੁੰਦੇ ਆ ਉੱਥੇ ਵੱਧ ਚੜ ਕੇ ਪੁੱਜਿਆ ਕਰੋ। ਸੋ ਇੱਕ ਗੁਰਬਾਣੀ ਦਾ ਪ੍ਰਚਾਰ ਆ, ਅਸੀਂ ਗੁਰਬਾਣੀ ਦਾ ਪ੍ਰਚਾਰ ਜਿੰਨਾ ਵੀ ਕਰ ਲਈਏ ਓਨਾ ਹੀ ਥੋੜਾ ਵਾ। ਸੋ ਤੁਸੀਂ ਦੇਖ ਰਹੇ ਹੋ ਗੁਰਦੁਆਰਾ ਸਿੰਘ ਸਭਾ ਫਲੈਰੋ ਵੱਲੋਂ ਇੱਕ ਵਿਸ਼ਾਲ ਜਿਹੜਾ ਨਗਰ ਕੀਰਤਨ ਅਸੀਂ ਅੱਜ ਉਹਦੀ ਕਵਰੇਜ ਕਰ ਰਹੇ ਹਾਂ, ਜਿੱਥੇ ਅਸੀਂ ਵੱਖ-ਵੱਖ ਸੰਗਤਾਂ ਦੇ ਨਾਲ ਗੱਲਾਂ ਬਾਤਾਂ ਹੋਈਆਂ ਨੇ ਬਹੁਤ ਸਾਰੀਆਂ ਇਸ ਨਗਰ ਕੀਰਤਨ ਨੂੰ ਲੈ ਕੇ। ਮੇਰੇ ਨਾਲ ਗੁਰਦੁਆਰਾ ਸਾਹਿਬ ਦੇ ਮੁੱਖ ਸੇਵਾਦਾਰ ਸੁਰਿੰਦਰਜੀਤ ਸਿੰਘ ਜੀ ਪਡੋਰੀ ਹਨ, ਉਹਨਾਂ ਕੋਲ ਜਾਣਨਾ ਚਾਹਾਂਗੇ ਖਾਲਸਾ ਜੀ ਕਿੰਨਵਾਂ ਨਗਰ ਕੀਰਤਨ ਆ ਜਿਹੜਾ ਗੁਰਦੁਆਰਾ ਸਾਹਿਬ ਵੱਲੋਂ ਇਸ ਵਾਰ ਸਜਾਇਆ ਗਿਆ ਵਾ? ਖਾਲਸਾ ਫਤਿਹ ਜੀ, ਖਾਲਸਾ ਫਤਿਹ ਭਾਜੀ ਜੀ, ਆਇਆਂ ਨੂੰ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਸ ਤਰ੍ਹਾਂ ਤੁਸੀਂ ਇਹ ਜੀ 21ਵਾਂ ਨਗਰ ਕੀਰਤਨ ਹੈ ਜੀ, 2019 ਤੋਂ ਇਹ ਸ਼ੁਰੂ ਹੋਇਆ ਹੈ ਨਗਰ ਕੀਰਤਨ। ਆਪਾਂ ਯੂਰਪ ਦੇ ਵਿੱਚ ਇੰਗਲੈਂਡ ਨੂੰ ਛੱਡ ਕੇ ਯੂਰਪ ਦੀ ਧਰਤੀ ਤੇ ਬ੍ਰੇਸ਼ੀਆ ਦੇ ਵਿੱਚ ਪਹਿਲਾ ਨਗਰ ਕੀਰਤਨ ਜਿਹੜਾ ਕਿ ਗੁਰਦੁਆਰਾ ਸਿੰਘ ਸਭਾ ਮੋਂਟੀ ਰੋਡੇ ਹੁੰਦਾ ਸੀ ਉਸ ਵੇਲੇ ਤੋਂ ਉਹੀ ਸ਼ੁਰੂ ਕੀਤਾ ਹੈ। ਇਹ ਪਹਿਲਾ ਨਗਰ ਕੀਰਤਨ ਜਿਹੜਾ ਬ੍ਰੇਸ਼ੀਆ ਸ਼ਹਿਰ ਦੇ ਵਿੱਚ ਨਿਕਲਿਆ ਸੀਗਾ 2001 ਦੇ ਵਿੱਚ ਨਿਕਲਿਆ ਸੀ ਪਹਿਲੀ ਵਾਰੀ। 2001 ਤੋਂ ਨਗਰ ਕੀਰਤਨਾਂ ਦੀ ਜਿਹੜੀ ਆ ਆਰੰਭਤਾ ਹੋਈ ਆ, ਲਗਾਤਾਰ ਚੱਲ ਰਹੇ ਨੇ। ਇਹ ਨਗਰ ਕੀਰਤਨ ਦੀ ਜਿਹੜੀਆਂ ਤਿਆਰੀ ਆ ਕੋਈ ਪਰਮਿਸ਼ਨਾਂ ਲੈਣ 'ਚ ਕੋਈ ਪ੍ਰੋਬਲਮਾਂ ਤਾਂ ਨਹੀਂ ਆਈਆਂ ਤੁਹਾਨੂੰ? ਨਹੀਂ ਜੀ ਸਿੰਘ ਸਾਹਿਬ ਜੀ, ਕੋਈ ਸਾਨੂੰ ਨਗਰ ਕੀਰਤਨ ਲੈਣ 'ਚ ਕੋਈ ਪਰਮਿਸ਼ਨ ਲੈਣ 'ਚ ਕੋਈ ਪ੍ਰੋਬਲਮ ਨਹੀਂ ਆਈ। ਪ੍ਰਸ਼ਾਸਨ ਦਾ ਬਹੁਤ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਸਾਡਾ ਬਹੁਤ ਸਹਿਯੋਗ ਦਿੱਤਾ, ਤੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸਾਡੇ ਨਾਲ ਪੂਰਾ ਪ੍ਰਸ਼ਾਸਨ ਇਸ ਟਾਈਮ ਨਗਰ ਕੀਰਤਨ ਦੇ ਵਿੱਚ ਨਾਲ ਸੜਕਾਂ ਅੱਗੇ ਰਸਤੇ ਬੰਦ ਕਰਵਾ ਰਿਹਾ, ਪਿੱਛੇ ਵੀ ਨਾਲ ਗੱਡੀਆਂ ਬਿਲਕੁਲ ਸਾਡੇ ਨਾਲ ਸਾਥ ਪੂਰਾ ਦੇ ਰਹੇ ਨੇ। ਪ੍ਰਸ਼ਾਸਨ ਦਾ ਵੱਲੋਂ ਕੋਈ ਕਿਸੇ ਕਿਸਮ ਦੀ ਸਾਨੂੰ ਪਰਮਿਸ਼ਨ ਲੈਣ 'ਚ ਕੋਈ ਪ੍ਰੋਬਲਮ ਨਹੀਂ ਆਈ। ਸੋ ਵੇਖ ਰਹੇ ਆ ਵੀ ਕਾਫੀ ਜਿਹੜੀਆਂ ਸਿੱਖ ਸੰਗਤਾਂ ਦੂਰ ਦਰਾਡੇ ਤੋਂ ਵੀ ਆਈਆਂ ਨੇ। ਤੁਹਾਡੇ ਮੁਤਾਬਕ ਕਿੰਨੀ ਕੁ ਸੰਗਤ ਦਾ ਇਕੱਠ ਹੋਵੇਗਾ ਜਾਂ ਸੰਗਤਾਂ ਕਿੱਥੋਂ ਆਈਆਂ ਇਸ ਨਗਰ ਵਿੱਚ ਕੀਰਤਨ ਵਿੱਚ ਸ਼ਮੂਲੀਅਤ ਲਈ? ਯੂਰਪ ਨਿਊਜ਼ ਪੰਜਾਬੀ ਚੈਨਲ ਦੇ ਜ਼ਰੀਏ ਆਪਾਂ ਦੇਖ ਰਹੇ ਹਾਂ ਸਾਰੇ ਜਣੇ ਕਿ ਨਗਰ ਕੀਰਤਨ ਜਿੱਥੋਂ ਸਟਾਰਟ ਹੋਇਆ ਉੱਥੋਂ ਲੈ ਕੇ ਜਿੱਥੇ ਖਤਮ ਹੋਣਾ ਉੱਥੇ ਤੱਕ 4 ਕਿਲੋਮੀਟਰ ਦਾ ਏਰੀਆ, ਤਕਰੀਬਨ ਸਾਰਾ ਹੀ ਰਸਤਾ ਜਿਹੜਾ ਇਹ ਸੰਗਤਾਂ ਨਾਲ ਪੂਰਾ ਕੰਪਲੀਟ ਚੰਗੀ ਤਰ੍ਹਾਂ ਭਰਿਆ ਹੋਇਆ। 10 ਦਾ ਆਈਡੀਆ ਜਿਹੜਾ ਹੈਗਾ 30 ਤੋਂ 40 ਹਜ਼ਾਰ ਦੇ ਵਿੱਚ ਜਿਹੜੀਆਂ ਸੰਗਤਾਂ ਹੈਗੀਆਂ ਨੇ, ਜਿਹੜਾ ਕਿ ਇੱਥੇ ਇਕੱਠ ਆ, ਬਹੁਤ ਵੱਡਾ ਇਕੱਠ ਆ। ਤੇ ਨਾਲ ਹੀ ਜਿਸ ਤਰ੍ਹਾਂ ਆਪਾਂ ਦੇਖ ਰਹੇ ਹਾਂ ਕਿ ਅੱਜ ਇੰਦਰਦੀਪ ਤਾਂ ਵੀ ਪੂਰਾ ਖੁਸ਼ ਹੈ ਇਸ ਟਾਈਮ, ਉਹ ਵੀ ਆਪਣੇ ਫੁੱਲ ਵਰਤਾ ਰਿਹਾ ਨਗਰ ਕੀਰਤਨ ਦੇ ਉੱਪਰ, ਤੇ ਮੱਠੀ ਬਾਰਿਸ਼ ਵੀ ਸ਼ੁਰੂ ਹੋਈ ਪਈ ਆ। ਸੋ ਅਸੀਂ ਸਮੁੱਚੀਆਂ ਸੰਗਤਾਂ ਨੂੰ ਅੱਜ ਦੇ ਇਸ ਮਹਾਨ ਦਿਹਾੜੇ ਤੇ, ਵਿਸਾਖੀ ਦੇ ਦਿਹਾੜੇ ਤੇ ਖਾਲਸਾ ਪੰਥ ਦੇ ਸਾਜਨਾ ਦਿਵਸ ਦੇ ਮੌਕੇ ਤੇ ਗੁਰਦੁਆਰਾ ਸਿੰਘ ਸਭਾ ਬਲਾਰੋ ਦੀ ਪ੍ਰਬੰਧਕ ਕਮੇਟੀ ਵੱਲੋਂ ਲੱਖ ਲੱਖ ਵਧਾਈ ਦਿੰਦੇ ਆ। ਅਤੇ ਸਮੁੱਚੀਆਂ ਸੰਗਤਾਂ ਜਿੰਨੀਆਂ ਵੀ ਦੂਰ ਨੇੜੇ ਤੋਂ ਚੱਲ ਕੇ ਸਾਡੇ ਕੋਲ ਇੱਥੇ ਪਹੁੰਚੀਆਂ ਨੇ, ਅਸੀਂ ਸਾਰਿਆਂ ਨੂੰ ਜੀ ਆਇਆਂ ਕਹਿੰਦੇ ਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਈ ਸਾਹਿਬ ਵੇਖ ਰਹੇ ਕਿ ਇੰਦਰ ਦੇਵਤਾ ਵੀ ਜਿਹੜਾ ਵਾ ਬਹੁਤ ਖੁਸ਼ ਆ, ਫੁੱਲ ਬਰਸਾ ਰਿਹਾ ਵਾ,
ਤੇ ਮੈਂ ਗੱਲ ਸੁਣ ਕੇ ਮੇਰੇ ਦਿਮਾਗ 'ਚ ਗੱਲ ਆ ਗਈ ਸੀ, ਕਿਉਂਕਿ ਯੂਰਪ ਨਿਊਜ਼ ਪੰਜਾਬੀ ਦੇ ਉੱਤੇ ਸੰਗਤਾਂ ਇਸ ਜਿਹੜਾ ਨਗਰ ਕੀਰਤਨ ਨੂੰ ਲਾਈਵ ਦੇਖ ਰਹੀਆਂ ਨੇ ਤੇ ਤੁਹਾਡਾ ਇੱਕ ਪ੍ਰੋਗਰਾਮ ਜਿਹੜਾ ਉਲੀਕਿਆ ਹੋਇਆ ਵਾ ਸ਼ਾਮ ਨੂੰ 6 ਵਜੇ ਦੇ ਕਰੀਬ ਹੈਲੀਕਾਪਟਰ ਦੇ ਜ਼ਰੀਏ ਫੁੱਲ ਬਰਸਾਉਣ ਦਾ। ਕੀ ਉਹ ਜਿਹੜਾ ਵਾ ਇਸੇ ਤਰ੍ਹਾਂ ਹੋਵੇਗਾ ਉਹ ਪ੍ਰੋਗਰਾਮ ਜਿਹੜਾ ਸੰਗਤਾਂ ਨੂੰ ਵੇਖਣ ਨੂੰ ਮਿਲੇਗਾ ਯੂਰਪ ਨਿਊਜ਼ ਪੰਜਾਬੀ ਤੇ ਲਾਈਵ? ਗੁਰੂ ਸਾਹਿਬ ਕਿਰਪਾ ਕਰਨਗੇ ਜੀ, ਜੋ ਵੀ ਹੈ ਸਾਰਾ ਕੁਝ ਸਮੇਂ ਦੇ ਨਾਲ ਹੀ ਹੁੰਦਾ ਆ ਤੇ ਆਪਾਂ ਹੌਲੀ ਹੌਲੀ ਪੈਦਲ ਸਤਿਗੁਰ ਵਾਹਿਗੁਰੂ ਦਾ ਨਾਮ ਜਪਦੀਆਂ ਹੋਈਆਂ ਸੰਗਤਾਂ ਹੌਲੀ ਹੌਲੀ ਉਸ ਰਸਤੇ ਵੱਲ ਵੱਧ ਰਹੀਆਂ ਨੇ, ਪਿਆਸਾ ਵੀਕੋ ਵੱਲ। ਆਪਾਂ 5 ਵਜੇ ਪਿਆਸਾ ਵੀਕੋ 'ਚ ਐਂਟਰੀ ਲਵਾਂਗੇ ਅਤੇ ਨਾਲ ਹੀ 6 ਵਜੇ ਜਿਹੜਾ ਉਹ ਹੈਲੀਕਾਪਟਰ ਜਿਹੜਾ ਗੁਰੂ ਸਾਹਿਬ ਅਤੇ 5 ਪਿਆਰੇ ਸਿੰਘ ਸਾਹਿਬਾਨ ਅਤੇ ਗੁਰੂ ਦੀਆਂ ਸੰਗਤਾਂ ਦੇ ਫੁੱਲ ਸੱਟਣ ਵਾਸਤੇ 6 ਵਜੇ ਹੈਲੀਕਾਪਟਰ ਵੀ ਪਹੁੰਚ ਰਿਹਾ ਤੇ ਇੱਕ ਅਦਭੁਤ ਨਜ਼ਾਰਾ ਵੇਖਣ ਵਾਲਾ ਹੁੰਦਾ ਉਸ ਸਮੇਂ ਜਦੋਂ ਹੈਲੀਕਾਪਟਰ ਸੰਗਤਾਂ ਦੇ ਉੱਪਰ ਫੁੱਲਾਂ ਦੀ ਵਰਖਾ ਕਰਦਾ। ਤਾਂ 6 ਵਜੇ ਦਾ ਟਾਈਮ ਹੈ, 6 ਵਜੇ ਹੈਲੀਕਾਪਟਰ ਪਹੁੰਚੇਗਾ। ਆਪਾਂ ਨੂੰ ਸਾਰਿਆਂ ਨੂੰ ਗੁਰੂ ਸਾਹਿਬ ਕਿਰਪਾ ਕਰਨਗੇ, ਇਹ ਵੀ ਨਜ਼ਾਰਾ ਵੇਖਣ ਨੂੰ ਮਿਲੇਗਾ ਜੀ। ਸੋ ਇੱਕ ਹੋਰ ਜਿਹੜੀ ਮੇਨ ਗੱਲ ਆ ਕਿ ਗੁਰਦੁਆਰਾ ਸਾਹਿਬ ਨੇ ਬੜਾ ਵੱਡਾ ਉਪਰਾਲਾ ਕੀਤਾ ਕਿ ਇੰਡੀਆ ਦੀ ਧਰਤੀ ਤੋਂ ਤਖਤ ਸ੍ਰੀ ਪਟਨਾ ਸਾਹਿਬ ਤੋਂ ਜਿਹੜੇ ਗਿਆਨੀ ਜਥੇਦਾਰ ਰਘਬੀਰ ਸਿੰਘ ਜੀ ਆ ਉਹ ਇਸ ਨਗਰ ਕੀਰਤਨ ਵਿੱਚ ਪਹੁੰਚੇ ਨੇ। ਇਸ ਲਈ ਵੀ ਜਿਹੜੀ ਇਹ ਕਮੇਟੀ ਆ ਵਧਾਈ ਦਾ ਪਾਤਰ ਹੈ, ਇਹਨਾਂ ਨੇ ਬੜਾ ਵੱਡਾ ਉਪਰਾਲਾ ਕੀਤਾ। ਧੰਨਵਾਦ ਖਾਲਸਾ ਜੀ ਤੁਹਾਡਾ ਟਾਈਮ ਦੇਣ ਲਈ। ਸੋ ਜੁੜੇ ਰਹੋ ਯੂਰਪ ਨਿਊਜ਼ ਪੰਜਾਬੀ ਦੇ ਨਾਲ। targa che mi viene data non me la merito io, ma ce la meritiamo in tanti che lavoriamo insieme. Di questo ne ho 2 o 3 nel mio ufficio, non mi ricordo bene se sono 3, ma sono tanti anni che vengo e sono contento di poter essere venuto anche oggi e che siate qui così in tanti. Grazie. Giustamente dobbiamo anche dare la precedenza all'unica donna che abbiamo qui, giustamente, che anche lei rappresenta l'amministrazione comunale di Brescia. ਪਾਵਨ ਪਵਿੱਤਰ ਹਜ਼ੂਰੀ ਵਿੱਚ ਜੁੜੇ ਹੋਏ ਗੁਰੂ ਖਾਲਸਾ ਜੀਓ, ਗੁਰੂ ਬਖਸ਼ੀ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਗੁਰਦੁਆਰਾ ਸਿੰਘ ਸਭਾ ਫਲੈਰੋ ਬ੍ਰੇਸ਼ੀਆ ਤੋਂ ਖਾਲਸਾ ਸਾਜਣਾ ਦਿਵਸ ਦੇ ਸੰਬੰਧ ਵਿੱਚ ਬਹੁਤ ਮਹਾਨ ਨਗਰ ਕੀਰਤਨ 5 ਪਿਆਰੇ ਸਾਹਿਬਾਨ ਦੀ ਅਗਵਾਈ ਵਿੱਚ ਸਤਿਗੁਰੂ ਜੀ ਦੀ ਪਾਵਨ ਛਤਰ ਛਾਇਆ ਹੇਠ ਆਰੰਭ ਹੋਇਆ। ਬੋਲੇ ਸੋ ਨਿਹਾਲ, ਸ੍ਰੀ ਅਕਾਲ। ਪਰਮ ਸਤਿਕਾਰਯੋਗ
ਗੁਰੂ ਪਿਆਰੀ ਸਾਧ ਸੰਗਤ ਜੀਓ, ਇਹਦਾ ਕਲਿੱਪ ਆਟ ਕਰ ਲਓ। ਧੰਨ ਧੰਨ ਸਤਿਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਪਾਵਨ ਪਵਿੱਤਰ ਹਾਜ਼ਰੀ ਅੰਦਰ, ਪੰਜ ਪਿਆਰੇ ਸਿੰਘ ਸਾਹਿਬਾਨ ਦੀ ਹਾਜ਼ਰੀ ਅੰਦਰ, ਪੰਜ ਨਿਸ਼ਾਨਸੀ ਸਿੰਘ ਸਾਹਿਬ ਅਤੇ ਸਾਡੇ ਬਹੁਤ ਸਤਿਕਾਰਯੋਗ ਤਖਤ ਸ੍ਰੀ ਕੇਸਗੜ੍ਹ ਸਾਹਿਬ ਜੀ ਦੇ ਜਥੇਦਾਰ ਭਾਈ ਰਘਬੀਰ ਸਿੰਘ ਜੀ ਜੋ ਸਟੇਜ ਤੇ ਸੁਭਾਇਮਾਨ ਹਨ। ਸਾਰੀਆਂ ਹੀ ਸੰਗਤਾਂ ਨੂੰ ਸਭ ਤੋਂ ਪਹਿਲਾਂ ਸਤਿਗੁਰੂ ਜੀ ਦੀ ਬਖਸ਼ਿਸ਼ ਕੀਤੀ ਹੋਈ ਫਤਿਹ ਪ੍ਰਵਾਨ ਹੋਵੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਜੋ ਅੱਜ ਦਾ ਮਹਾਨ ਨਗਰ ਕੀਰਤਨ ਵਿਸਾਖੀ ਦੇ ਸਬੰਧ ਅਤੇ ਖਾਲਸੇ ਦੇ ਸਾਜਨਾ ਦਿਵਸ ਨੂੰ ਸਮਰਪਿਤ ਤਕਰੀਬਨ 3 ਸਾਲ ਬਾਅਦ ਦੇ ਸਮੇਂ ਬਾਅਦ ਬਰੇਸ਼ੀਆ ਦੀ ਧਰਤੀ ਵਿਖੇ ਗੁਰਦੁਆਰਾ ਸਿੰਘ ਸਭਾ ਫਲੈਰੋ ਅਤੇ ਸਮੂਹ ਇਲਾਕਾ ਨਿਵਾਸੀ ਸਾਧ ਸੰਗਤ ਦੇ ਸਹਿਯੋਗ ਦੇ ਨਾਲ ਸਜਾਇਆ ਗਿਆ ਹੈ। ਸਾਰੀਆਂ ਸੰਗਤਾਂ ਦਾ ਦਿਲਾਂ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦੇ ਹਾਂ ਕਿ ਜਿਨ੍ਹਾਂ ਨੇ ਬਹੁਤ ਆਪਣਾ ਯੋਗਦਾਨ ਪਾ ਕੇ ਆਪਣੀ ਹਾਜ਼ਰੀ ਭਰ ਕੇ ਇਸ ਸਮੇਂ ਗੁਰੂ ਸਾਹਿਬ ਦੀਆਂ ਖੁਸ਼ੀਆਂ ਪ੍ਰਾਪਤ ਕਰਕੇ ਇਸ ਨਗਰ ਕੀਰਤਨ ਦੇ ਵਿੱਚ ਹਾਜ਼ਰੀ ਭਰੀ ਹੈ। ਭਾਵੇਂ ਕਿ ਸਮਾਂ ਥੋੜਾ ਜਿਹਾ ਬਾਰਿਸ਼ ਵਾਲਾ ਵੀ ਸੀ, ਲੇਕਿਨ ਫਿਰ ਵੀ ਆਪ ਸਾਰਿਆਂ ਨੇ ਸੰਪੂਰਨ ਸਹਿਯੋਗ ਦਿੱਤਾ। ਦਾਸ ਨੇ ਇੱਕ ਗੱਲ ਆਪ ਜੀ ਨਾਲ ਸਾਂਝੀ ਕਰਕੇ ਖਿਮਾ ਜਾਚਨਾ ਲੈ ਲੈਣੀ ਹੈ। ਭਾਵੇਂ ਕਿ ਇਟਲੀ ਦੇ ਵੱਖ-ਵੱਖ ਗੁਰਦੁਆਰਾ ਸਾਹਿਬ ਅਤੇ ਸਾਰੇ ਹੀ ਸ਼ਹਿਰਾਂ ਦੇ ਵਿੱਚ ਆਪਣੇ ਨਿੱਜੀ ਤੌਰ ਤੇ ਗੁਰਦੁਆਰਾ ਸਾਹਿਬਾਨ ਦੇ ਨਗਰ ਕੀਰਤਨ ਸਜਾਏ ਜਾਂਦੇ ਹਨ, ਲੇਕਿਨ ਹਰ ਇੱਕ ਗੁਰਦੁਆਰਾ ਸਾਹਿਬ ਹਰ ਇੱਕ ਸ਼ਹਿਰ ਦੇ ਵਿੱਚ ਹਮੇਸ਼ਾ ਇਹ ਤਾਂ ਰਹਿੰਦੀ ਹੈ ਕਿ ਕਦੋਂ ਬਰੇਸ਼ੀਆ ਗੁਰਦੁਆਰਾ ਸਿੰਘ ਸਭਾ ਫਲੈਰੋ ਅਤੇ ਇੱਥੇ ਦੀ ਸੰਗਤ ਇਹ ਨਗਰ ਕੀਰਤਨ ਸਜਾਉਂਦੀ ਹੈ ਤੇ ਉਸ ਨਗਰ ਕੀਰਤਨ ਦੇ ਵਿੱਚ ਵਿਸ਼ੇਸ਼ ਤੌਰ ਤੇ ਆਪਾਂ ਹਾਜ਼ਰੀ ਭਰਦੇ ਹਾਂ। ਸੋ ਇਹ ਸਾਰਿਆਂ ਨੂੰ ਤਕਰੀਬਨ ਸਾਨੂੰ ਵੀ ਸਾਰਿਆਂ ਨੂੰ ਇਹੀ ਉਮੀਦ ਤਾਕ ਰਹਿੰਦੀ ਹੈ। ਸੋ ਸਤਿਗੁਰੂ ਜੀ ਦੀ ਬਖਸ਼ਿਸ਼ ਹੋਈ ਹੈ। ਗੁਰਦੁਆਰਾ ਸਿੰਘ ਸਭਾ ਫਲੈਰੋ ਦੀ ਪ੍ਰਬੰਧਕ ਕਮੇਟੀ ਅਤੇ ਇੱਥੋਂ ਦੀਆਂ ਸੰਗਤਾਂ ਬਹੁਤ ਹੀ ਵੱਡੇ ਪ੍ਰਬੰਧ ਕਰਕੇ ਇਸ ਕਾਰਜ ਨੂੰ ਸਫਲ ਕਰਦੀਆਂ ਹਨ। ਸੋ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਹੈ ਜੀ। ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਦੇ ਹੋਏ ਇੱਥੇ ਹੀ ਫਤਿਹ ਬੁਲਾਓ। ਔਰ ਨਾਲ ਦੀ ਨਾਲ ਦਾਸ ਨੇ ਇੱਕ ਬੇਨਤੀ ਆਪ ਜੀ ਸਾਰੀਆਂ ਸੰਗਤਾਂ ਦੇ ਚਰਨਾਂ ਵਿੱਚ ਕਰਨੀ ਹੈ ਕਿ ਸਤਿਗੁਰੂ ਜੀ ਰਹਿਮਤ ਕਰਨ। ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨਾਂ 'ਚ ਅਰਦਾਸ ਕਰਨੀ ਹੈ ਕਿ ਜੋ ਸਿੱਖ ਧਰਮ ਨੂੰ ਰਜਿਸਟਰ ਕਰਾਉਣ ਵਾਸਤੇ ਇੱਥੋਂ ਦੇ ਪ੍ਰਸ਼ਾਸਨ ਦੇ ਨਾਲ ਇੱਥੋਂ ਦੀ ਮਿਨਿਸਟਰੀ ਦੇ ਕੋਲ ਜੋ ਫਾਈਲ ਲੱਗੀ ਹੋਈ ਹੈ ਐਸੇ ਗੁਰਦੁਆਰਾ ਪ੍ਰਬੰਧਕ ਕਮੇਟੀ ਇਟਲੀ ਵੱਲੋਂ ਸਤਿਗੁਰੂ ਜੀ ਦੀ ਬਖਸ਼ਿਸ਼ ਸਦਕਾ ਉਹ ਬੜੇ ਹੀ ਆਪਣੇ ਉਸ ਸਟੈਂਡ ਤੇ ਹੈ ਜਿੱਥੋਂ ਸਾਨੂੰ ਸਤਿਗੁਰੂ ਜੀ ਦੀ ਕਿਰਪਾ ਕਰਨ। ਉਹ ਸਾਨੂੰ ਉੱਥੋਂ ਸੰਪੂਰਨ ਆਸ ਹੈ ਕਿ ਸਾਨੂੰ ਉੱਥੋਂ ਜ਼ਰੂਰ ਕਾਮਯਾਬੀ ਹਾਸਲ ਹੋਏਗੀ। ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿ ਅੱਜ
ਹੋਲੇ ਮਹੱਲੇ ਤੋਂ ਕਿਸੇ ਵੀ ਗੱਲ ਵਿੱਚ ਇੱਥੇ ਦਾ ਇਕੱਠ ਜਿਹੜਾ ਹੈ, ਉਹ ਕੋਈ ਘੱਟ ਨਹੀਂ। ਮੈਂ ਸਮੁੱਚੇ ਪ੍ਰਬੰਧਕ ਕਮੇਟੀ, ਸਮੁੱਚੀਆਂ ਸੰਗਤਾਂ ਨੂੰ ਅੱਜ ਦੇ ਪਾਵਨ ਦਿਹਾੜੇ ਦੀਆਂ ਬਹੁਤ ਬਹੁਤ ਵਧਾਈਆਂ ਦਿੰਦਾ ਹੋਇਆ ਗੁਰੂ ਚਰਨਾਂ ਦੇ ਵਿੱਚ ਇਹ ਅਰਦਾਸ ਕਰਦਾ ਹਾਂ ਕਿ ਸਤਿਗੁਰੂ ਜੀ ਤੁਹਾਡੇ ਸਾਰਿਆਂ ਦੇ ਸਿਰ ਤੇ ਇਸੇ ਤਰ੍ਹਾਂ ਮਿਹਰ ਭਰਿਆ ਹੱਥ ਰੱਖਣ। ਤੁਸੀਂ ਚੜ੍ਹਦੀ ਕਲਾ ਵਿੱਚ ਪੰਥ ਦੀਆਂ ਇਹ ਸੇਵਾਵਾਂ ਕਰਦੇ ਰਹੋ, ਕਿਉਂਕਿ ਬਹੁਤ ਜ਼ਿਆਦਾ ਸਟਾਲ, ਬਹੁਤ ਵੱਡੀ ਗਿਣਤੀ ਸੰਗਤ ਜਿਹੜੀ ਸੀ ਉਹ ਸੜਕਾਂ ਤੇ ਖਲੋ ਕੇ ਦਰਸ਼ਨ ਕਰਨ ਵਾਸਤੇ ਉਤਾਵਲੀ ਸੀ ਕਿ ਕਦ ਗੁਰੂ ਸਾਹਿਬ ਇੱਥੋਂ ਲੰਘਣ ਤੇ ਅਸੀਂ ਮੱਥਾ ਟੇਕ ਕੇ ਦਰਸ਼ਨ ਕਰਕੇ ਆਪਣੇ ਜੀਵਨ ਨੂੰ ਸਫਲਾ ਕਰੀਏ। ਇਹ ਕਲਗੀਧਰ ਪਾਤਸ਼ਾਹ ਜੀ ਦੀ ਖਾਲਸਾ ਪੰਥ ਨੂੰ ਦੇਣ ਹੈ। ਹਕੀਮ ਅੱਲਾ ਯਾਰ ਖਾਂ ਜੋਗੀ ਇੱਕ ਸ਼ੇਰ ਲਿਖਦੇ ਨੇ ਸਤਿਗੁਰਾਂ ਦੀ ਉਸਤਤ ਕਰਦਿਆਂ ਹੋਇਆ। ਉਹ ਕਹਿੰਦੇ ਇਨਸਾਫ ਕਰੇ ਜੀ ਮੈਂ ਯਮਾਨਾ ਤੋਂ ਯਕੀਨ ਹੈ, ਕਹਿਦੇ ਤੋਂ ਗੋਬਿੰਦ का सानी ही नहीं है। करतार की सुगंध नानक की कसम है, जितनी भी हो गोविंद की तारीफ वो कम है। हर चांद मेरे हाथ में पुरजोर कलम है, सतगुरु के लिखूं वसफ कहाँ ताबे रकम है। एक आंख से बुलबुला कुल बहर को देखे, कभी साहिल कभी मंजल मंझधार को देखे। तो कहते कि जेकर जमाना कलगीधर पातशाह दे नाल इंसाफ करदा, तो कहता मेरी कलम ये देख ही नहीं सकती। वो कहते ने कि कलगीधर पातशाह दा समुचे संसार विच होर कोई सानी ही नहीं है। कलगीधर पातशाह ने बहुत भारी परोपकार किया, ਜਿਹੜਾ ਸਿੱਖ ਸਤਿਗੁਰੂ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਸਾਜਿਆ ਸੀ, ਸਿੱਖ ਨੂੰ ਸੰਪੂਰਨਤਾ ਬਖਸ਼ਿਸ਼ ਕੀਤੀ। ਔਰ ਅੱਜ ਖਾਲਸੇ ਦਾ ਉਹ ਜਿਹੜਾ ਸਰੂਪ ਹੈ, ਕਿਉਂਕਿ ਖਾਲਸਾ ਮੇਰੋ ਰੂਪ ਹੈ ਖਾਸ, ਖਾਲਸੇ ਮੈਂ ਹੋ ਕਰੋ ਨਿਵਾਸ, ਖਾਲਸਾ ਮੇਰੀ ਜਾਨ ਕੀ ਜਾਨ, ਖਾਲਸਾ ਮੇਰੋ ਪਿੰਡ ਪ੍ਰਾਨ, ਖਾਲਸਾ ਮੇਰੋ ਸੱਜਣ ਸੂਰਾ, ਖਾਲਸਾ ਮੇਰੋ ਸਤਿਗੁਰ ਪੂਰਾ। ਅੱਜ ਖਾਲਸੇ ਦਾ ਸਰੂਪ ਸਮੁੱਚੇ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਵੇਖਣ ਨੂੰ ਮਿਲ ਰਿਹਾ ਹੈ। ਖਾਲਸਾ ਸਾਜਣਾ ਦਿਵਸ ਦੀਆਂ ਆਪ ਸਮੁੱਚੀਆਂ ਸੰਗਤਾਂ ਨੂੰ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦਾ ਸੇਵਾਦਾਰ ਹੁੰਦਿਆਂ ਹੋਇਆ ਆਪ ਸੰਗਤਾਂ ਨੂੰ ਬਹੁਤ ਬਹੁਤ ਵਧਾਈ ਦਿੰਦਾ ਔਰ ਪ੍ਰਬੰਧਕ ਸਾਹਿਬਾਨਾਂ ਦਾ ਧੰਨਵਾਦ ਕਰਦਾ ਕਿ ਜਿਨ੍ਹਾਂ ਨੇ ਹੁਕਮ ਕਰਕੇ ਆਪ ਸੰਗਤ ਦੇ ਦਰਸ਼ਨ ਕਰਨ ਦਾ ਸਮਾਂ ਬਖਸ਼ਿਸ਼ ਕੀਤਾ। ਸਾਰੀ ਸੰਗਤ ਦਾ ਬਹੁਤ ਬਹੁਤ ਧੰਨਵਾਦ। ਸਮੁੱਚੇ ਖਾਲਸਾ ਪੰਥ ਨੂੰ ਬਹੁਤ ਬਹੁਤ ਮੁਬਾਰਕਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਿੰਘ ਸਾਹਿਬ, ਇਟਲੀ ਦੀਆਂ ਸੰਗਤਾਂ, ਇੱਕ ਵਿਸ਼ਾਲ ਨਗਰ ਕੀਰਤਨ ਜਿਹੜਾ ਅੱਜ ਸਜਾਇਆ ਗਿਆ ਵਾ। ਸਭ ਤੋਂ ਪਹਿਲਾਂ ਅਸੀਂ ਗੁਰਦੁਆਰਾ ਸਿੰਘ ਸਭਾ ਫਲੈਰੋ ਵੱਲੋਂ ਤੇ ਇਟਲੀ ਦੀ ਸਮੁੱਚੀ ਸਿੱਖ ਸੰਗਤ ਵੱਲੋਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਕਿ ਤੁਸੀਂ ਆਪਣਾ ਕੀਮਤੀ ਸਮਾਂ ਕੱਢ ਕੇ ਇਸ ਨਗਰ ਕੀਰਤਨ 'ਚ ਆਏ ਹੋ ਔਰ ਸੰਗਤਾਂ ਦਾ ਜਿਹੜਾ ਇੱਕ ਸੁਨੇਹਾ ਸੀਗਾ ਉਹ ਸੰਪੂਰਨ ਹੋਇਆ ਅੱਜ, ਕਿਉਂਕਿ ਤੁਹਾਡੇ ਦਰਸ਼ਨ ਹੋਏ ਆ ਸੰਗਤਾਂ ਨੂੰ। ਤਾਂ ਮੈਂ ਚਾਹਾਂਗਾ ਕਿ ਤੁਸੀਂ ਆਏ ਹੋ ਸਾਡੇ ਤਖਤ ਕੇਸਗੜ੍ਹ ਸਾਹਿਬ ਦੇ ਮੁੱਖ ਸੇਵਾਦਾਰ ਹੋ। ਜਿਹੜੀ ਇਟਲੀ ਵਿੱਚ ਸਿੱਖ ਸੰਗਤ ਵੱਸਦੀ ਆ, ਰੋਜੀ ਰੋਟੀ ਲਈ ਇੱਥੇ ਆਈ ਆ, ਉਹਨੂੰ ਇੱਕ ਛੋਟਾ ਜਿਹਾ ਸੁਨੇਹਾ ਜ਼ਰੂਰ ਦੇ ਕੇ ਜਾਓ। ਕੀ ਕਹਿਣਾ ਚਾਹੋਗੇ ਉਹਨਾਂ ਨੂੰ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਵਿਦਵਾਨ ਦੇ ਬੋਲ ਨੇ, ਜਿਨਕਾ ਦਿਨ ਮਨਾਤੇ ਹੋ ਉਨਕਾ ਅਰਸ਼ਦਾਤ ਵੀ ਸਮਝੋ, ਜਿਨਕਾ ਦਿਨ ਮਨਾਤੇ ਹੋ ਉਨਕੀ ਬਾਤ ਵੀ ਸਮਝੋ। ਅੱਜ ਖਾਲਸਾ ਸਾਜਣਾ ਦਿਵਸ ਇਟਲੀ ਦੀ ਧਰਤੀ ਤੇ ਮੈਂ ਦਰਸ਼ਨ ਕੀਤੇ ਨੇ। ਮੇਰੀ ਬਹੁਤ ਸਮੇਂ ਤੋਂ ਚਾਹਨਾ ਸੀ ਕਿ ਮੈਂ ਦਰਸ਼ਨ ਕਰਾਂ। ਸਤਿਗੁਰਾਂ ਨੇ ਸੁਭਾਗ ਬਖਸ਼ਿਸ਼ ਕੀਤਾ, ਮੈਂ ਦਰਸ਼ਨ ਕੀਤੇ ਨੇ ਕਿ ਬਹੁਤ ਵੱਡਾ ਇਕੱਠ, ਹਜ਼ਾਰਾਂ ਦੀ ਗਿਣਤੀ ਵਿੱਚ ਸੰਗਤ ਪਹੁੰਚੀ ਹੋਈ ਆ ਔਰ ਸੰਗਤ ਦਾ ਉਤਸ਼ਾਹ, ਸੰਗਤ ਦਾ ਚਾਅ, ਸੰਗਤ ਦੀ ਜਿਹੜੀ ਸ਼ਰਧਾ ਹੈ ਉਹ ਬਹੁਤ ਹੀ ਜ਼ਿਆਦਾ ਹੈ। ਮੈਂ ਜਿੱਥੇ ਇਟਲੀ ਦੀ ਧਰਤੀ ਦੀ ਸੰਗਤ ਜਿਹੜੀ ਵਸਦੀ ਹੈ, ਜਿਹੜੇ ਸਾਡੇ ਵੀਰ, ਸਾਡੀਆਂ ਭੈਣਾਂ, ਸਾਡੇ ਬੱਚੇ, ਸਾਡੇ ਬਜ਼ੁਰਗ ਜਿਹੜੇ ਵਸਦੇ ਨੇ, ਮੈਂ ਇਹ ਸੁਨੇਹਾ ਜ਼ਰੂਰ ਦੇਣਾ ਚਾਹੁੰਦਾ ਕਿ ਜਿਨ੍ਹਾਂ ਦਾ ਆਪਾਂ ਦਿਨ ਮਨਾਉਂਦੇ ਆ, ਸਾਨੂੰ ਉਹਨਾਂ ਦਾ ਜਿਹੜਾ ਅਰਸ਼ਦਾਤ ਹੈ, ਉਹਨਾਂ ਦੀ ਜਿਹੜੀ ਬਾਤ ਹੈ, ਉਹਨੂੰ ਵੀ ਜ਼ਰੂਰ ਮੰਨਣਾ ਚਾਹੀਦਾ, ਕਿਉਂਕਿ ਅਸੀਂ ਵਿਸਾਖੀ ਮਨਾ ਰਹੇ ਹਾਂ, ਖਾਲਸਾ ਦਾ ਜਿਹੜਾ ਪ੍ਰਗਟ ਦਿਹਾੜਾ ਉਹ ਮਨਾ ਰਹੇ ਹਾਂ। ਤੇ ਅਸੀਂ ਵੀ ਸਾਰੇ ਅੰਮ੍ਰਿਤ ਛਕ ਕੇ ਤੇ ਗੁਰੂ ਵਾਲੇ ਬਣ ਕੇ ਆਪਣੇ ਜੀਵਨ ਨੂੰ ਸਫਲਾ ਕਰੀਏ, ਕਿਉਂਕਿ ਗੁਰੂ ਦਾ ਹੁਕਮ ਹੈ, ਪ੍ਰਥਮ ਰਹਿਤ ਜਾਨ ਖੰਡੇ ਕੀ ਪਾਹੁਲ ਛਕੈ, ਸੋਈ ਸਿੰਘ ਪ੍ਰਧਾਨ ਅਵਰਨ ਪਾਹੁਲ ਜੋ ਲੈ। ਕੇਵਲ ਤੇ ਕੇਵਲ ਸਿੱਖੀ 'ਚ ਸ਼ਾਮਲ ਹੋਣ ਦਾ ਇੱਕੋ ਇੱਕ ਜਿਹੜਾ ਰਸਤਾ ਉਹ ਇਹ ਹੈ
ਕਿ ਪੰਜ ਪਿਆਰੇ ਸਾਹਿਬਾਨ ਦੇ ਕੋਲੋਂ ਅੰਮ੍ਰਿਤ ਛਕ ਕੇ ਜੋ ਸਾਨੂੰ ਗੁਰੂ ਸਾਹਿਬ ਨੇ ਬਖਸ਼ਿਸ਼ ਕੀਤੀ ਹੈ ਮਰਿਆਦਾ, ਉਹਦੇ ਧਾਰਨੀ ਹੋਈ ਹੈ। ਸਾਰੀਆਂ ਸੰਗਤਾਂ ਨੂੰ ਬਹੁਤ ਬਹੁਤ ਵਧਾਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਸਨ ਸਿੰਘ ਸਾਹਿਬਾਨ ਗਿਆਨੀ ਰਘਬੀਰ ਸਿੰਘ ਜੀ ਤਖਤ ਸ੍ਰੀ ਕੇਸਗੜ੍ਹ ਸਾਹਿਬ ਤੋਂ। ਉਹਨਾਂ ਨੇ ਜਿੱਥੇ ਇਸ ਨਗਰ ਕੀਰਤਨ ਵਿੱਚ ਸ਼ਮੂਲੀਅਤ ਕੀਤੀ ਆ, ਉੱਥੇ ਸਿੱਖ ਸੰਗਤਾਂ ਨੂੰ ਅੰਮ੍ਰਿਤ ਛਕ ਕੇ ਗੁਰੂ ਵਾਲੇ ਬਣਨ ਲਈ ਵੀ ਆਖਿਆ ਵਾ। ਉਹ ਆਸ ਹੈ ਕਿ ਇਟਲੀ ਦੀਆਂ ਸਿੱਖ ਸੰਗਤਾਂ ਸਿੰਘ ਸਾਹਿਬਾਨ ਦੇ ਇਸ ਸੰਦੇਸ਼ ਨੂੰ, ਹੁਕਮ ਨੂੰ ਮੰਨਦੇ ਹੋਏ ਅੰਮ੍ਰਿਤ ਦੀ ਦਾਤ ਛਕ ਕੇ ਗੁਰੂ ਵਾਲਾ ਬਾਣਾ ਪਾ ਕੇ ਗੁਰੂ ਦੇ ਸਿੰਘ ਸਜਣਗੇ। ਸੋ ਨਿਹਾਲ ਵਾਹਿਗੁਰੂ ਜੀ ਕਾ ਖਾਲਸਾ, ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਦੇਖ ਰਹੇ ਹੋ ਯੂਰਪ ਨਿਊਜ਼ ਪੰਜਾਬੀ ਤੇ ਮੈਂ ਹਾਂ ਸਾਬੀ ਚੀਨੀਆਂ। ਸਾਡੇ ਨਾਲ ਹੀ ਇਟਲੀ ਤੋਂ ਕੁਝ ਨੌਜਵਾਨ ਵੀਰ ਨੇ ਜਿਨ੍ਹਾਂ ਦੇ ਹੱਥਾਂ ਦੇ ਵਿੱਚ ਪੰਜਾਬੀ ਦੇ ਕਾਇਦੇ ਨੇ, ਔਰ ਇਹ ਇਟਲੀ ਵਿੱਚ ਹੋਣ ਵਾਲੇ ਸਾਰੇ ਹੀ ਜਿੰਨੇ ਵੀ ਨਗਰ ਕੀਰਤਨ ਅੱਜ ਤਾਈਂ ਹੋਏ ਆ ਜਾਂ ਆਉਣ ਵਾਲੇ ਦਿਨਾਂ ਦੇ ਵਿੱਚ ਹੋਣ ਜਾ ਰਹੇ ਆ, ਉਹਨਾਂ ਨਗਰ ਕੀਰਤਨਾਂ ਦੇ ਵਿੱਚ ਜਿਹੜੇ ਪੰਜਾਬੀ ਦੇ ਕਾਇਦੇ ਆ ਛੋਟੇ ਛੋਟੇ ਬੱਚਿਆਂ ਨੂੰ ਫ੍ਰੀ ਵੰਡ ਰਹੇ ਨੇ। ਸੋ ਭਾਈ ਸਾਹਿਬ ਸਾਡੇ ਨਾਲ ਆ, ਉਹਨਾਂ ਕੋਲ ਜਾਣਦੇ ਆ ਕਿ ਉਹਨਾਂ ਦਾ ਕੀ ਮੰਤਵ ਆ ਜਿਹੜਾ ਇਹ ਕਾਇਦਾ ਵਾ, ਇਹਦੇ ਨਾਲ ਇੱਕ ਬੱਚਿਆਂ ਤਾਈਂ ਕੀ ਸੰਦੇਸ਼ ਜਾਂਦਾ ਜਾਂ ਬੱਚਿਆਂ ਨੂੰ ਕੀ ਸਿੱਖਿਆ ਮਿਲੇਗੀ, ਜਾਂ ਭਾਈ ਸਾਹਿਬ ਹੁਣਾਂ ਦਾ ਕੀ ਮੰਤਵ ਆ ਕਾਇਦੇ ਛਪਾ ਕੇ ਇਸ ਤਰ੍ਹਾਂ ਫ੍ਰੀ ਵੰਡਣ 'ਚ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਪਹਿਲਾਂ ਤਾਂ ਸਾਰੀ ਸਾਧ ਸੰਗਤ ਨੂੰ ਲੱਖ ਲੱਖ ਵਧਾਈ ਹੋਵੇ ਜੋ ਕਿ ਅੱਜ ਨਗਰ ਕੀਰਤਨ ਸਜਾਇਆ ਗਿਆ ਜੀ ਬਰੇਸ਼ੀਆ ਸ਼ਹਿਰ ਵਿਖੇ। ਤੇ ਦੂਸਰਾ ਆਪਣੇ ਜੋ ਕਿ ਮੈਂ ਹੱਥ ਵਿੱਚ ਫੜਿਆ ਹੋਇਆ ਕਿ ਪੰਜਾਬੀ ਵਿੱਚ ਕਾਇਦਾ ਹੈ, ਤੇ ਇਹ ਵੀਰ ਮੇਰੇ ਭਾਈ ਸੁਖਚੈਨ ਸਿੰਘ ਮਾਨ ਹੁਣੀ ਸੇਵਾ ਕੀਤੀ ਆ ਕਿ ਜੋ ਕਿ ਬੱਚਿਆਂ ਨੂੰ ਜਾਗਰਤ ਕੀਤਾ ਜਾਵੇ, ਜੋ ਕਿ ਇੱਥੇ ਬੱਚੇ ਰਹਿ ਰਹੇ ਆ ਯੂਰਪ ਦੇ ਵਿੱਚ, ਇਟਲੀ ਦੇ ਵਿੱਚ, ਤਾਂ ਜੋ ਇਹਨਾਂ ਨੂੰ ਪੰਜਾਬੀ ਭੁੱਲ ਨਾ ਸਕੇ। ਇਸ ਕਰਕੇ ਇਹਨਾਂ ਨੇ ਇਹ ਉਦਮ ਕੀਤਾ ਤੇ ਸਾਰੀ ਸਾਧ ਸੰਗਤ ਨੂੰ ਬੇਨਤੀ ਹੈ ਕਿ ਇਹਨਾਂ ਦਾ ਸਹਿਯੋਗ ਕੀਤਾ ਜਾਵੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਬਹੁਤ ਹੀ ਵਧੀਆ ਇਹਨਾਂ ਦੁਆਰਾ ਇੱਕ ਉਦਮ ਕੀਤਾ ਗਿਆ ਵਾ, ਜਿਹੜੇ ਪੰਜਾਬੀ ਕਾਇਦੇ ਆ ਇਹ ਛੋਟੇ ਛੋਟੇ ਬੱਚਿਆਂ ਤੱਕ ਪਹੁੰਚਾਏ ਜਾ ਰਹੇ ਨੇ। ਸੋ ਸਾਡੇ ਨਾਲ ਸੁਖਚੈਨ ਸਿੰਘ ਹੁਣੀ ਮਾਨ ਆ, ਉਹਨਾਂ ਨਾਲ ਵੀ ਗੱਲ ਕਰਦੇ ਆ ਕਿ ਇਹਨਾਂ ਨੇ ਕੋਈ ਸੰਸਥਾ ਬਣਾਈ ਆ ਜਾਂ ਜਿਹੜੀ ਇਹ ਡੋਨੇਸ਼ਨ ਆ ਕਾਇਦਿਆਂ ਦੀ ਛਪਾਈ ਆ ਉਹ ਕਿਸ ਤਰ੍ਹਾਂ ਹੁੰਦੀ ਆ। ਆਪਾਂ ਜਾਣਦੇ ਆ ਸਰਦਾਰ ਸੁਖਚੈਨ ਸਿੰਘ ਮਾਨ ਕੋਲੋਂ ਪੂਰੀ ਡਿਟੇਲ ਕਿ ਇਹ ਜਿਹੜੀ ਆ ਕਿਤਾਬਾਂ ਪੰਜਾਬੀ ਕਾਇਦਾ ਵੰਡਣ ਦਾ ਉਹਨਾਂ ਕੋਲੋਂ ਇੱਕ ਪ੍ਰੋਗਰਾਮ ਉਲੀਕਿਆ ਗਿਆ ਵਾ, ਜਿੱਥੋਂ ਤੱਕ ਮੈਨੂੰ ਯਾਦ ਆ, ਔਰ ਇਹ ਦੂਰ ਦੂਰ ਤੱਕ ਜਾ ਕੇ ਨਗਰ ਕੀਰਤਨਾਂ 'ਚ ਜਿਹੜੇ ਪੰਜਾਬੀ ਕਾਇਦੇ ਆ ਉਹ ਫ੍ਰੀ ਵੰਡਦੇ ਆ। ਉਹਨਾਂ ਕੋਲ ਲੈਂਦੇ ਆ ਪੂਰੀ ਜਾਣਕਾਰੀ ਕਿ ਇਹਦੇ ਪਿੱਛੇ ਇਹਨਾਂ ਦਾ ਕੀ ਮੰਤਵ ਆ, ਇਹਨਾਂ ਨੂੰ ਕੀ ਲੱਗਦਾ ਕਿ ਜਿਹੜੇ ਕਾਇਦੇ ਵੰਡ ਰਹੇ ਆ ਬੱਚਿਆਂ ਨੂੰ ਫ੍ਰੀ, ਉਹਦੇ ਤੋਂ ਬੱਚੇ ਕੁਝ ਸਿੱਖਿਆ ਲੈਣਗੇ ਜਾਂ ਨਹੀਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੇਰਾ ਜੀ ਸਿਰਫ ਪੰਜਾਬੀ ਮਾਂ ਬੋਲੀ ਨੂੰ ਲੈ ਕੇ ਮੈਂ 2019 ਤੋਂ ਸਾਡਾ ਇੱਕ ਫੇਸਬੁੱਕ ਦੇ ਉੱਤੇ ਪੇਜ ਚੱਲ ਰਿਹਾ ਹੈ ਪੰਜਾਬੀ ਲੋਕ ਧਾਰਾ ਦੇ ਨਾਮ ਦੇ ਉੱਤੇ, ਉਹਦੇ ਨਾਲ ਅਟੈਚ ਹੋਇਆ ਸੀ। ਸਾਡੇ ਸਤਿਕਾਰਯੋਗ ਵੀਰ ਗੁਰਸੇਵਕ ਧੌਲਾ ਜੀ ਉਹਦੇ ਐਡਮਿਨ ਹਨ। ਉਹ ਸਿਰਫ ਉਹਨਾਂ ਦਾ ਮੰਤਵ ਹੈ ਪੰਜਾਬੀ ਦੇ ਵਿੱਚ ਜੋ ਅਲੋਪ ਹੋ ਰਹੀਆਂ ਚੀਜ਼ਾਂ ਨੇ, ਹਰ ਇੱਕ ਚੀਜ਼ਾਂ ਦੇ ਬਾਰੇ ਚਾਨਣਾ ਪਾਇਆ ਜਾਂਦਾ। ਮੈਂ ਬਹੁਤ ਪ੍ਰਭਾਵਿਤ ਹੋਇਆ। ਮੈਨੂੰ ਇੱਥੇ ਲੱਗਾ ਵੀ ਸਾਡੇ ਜਿਹੜੇ ਨਵੀਂ ਜਨਰੇਸ਼ਨ ਆ, ਛੋਟੇ ਬੱਚੇ ਆ, ਉਹ ਪੰਜਾਬੀ ਤੋਂ ਦੂਰ ਹੋ ਰਹੇ ਹਨ। ਇਸ ਕਰਕੇ ਮੈਂ ਲੋਕਧਾਰਾ ਗਰੁੱਪ ਵਾਲਿਆਂ ਨੂੰ, ਸਾਡੇ ਮੈਂਬਰ ਸਾਹਿਬਾਨਾਂ ਨੂੰ ਬੇਨਤੀ ਕੀਤੀ। ਬਲਦੇਵ ਭੱਠਲ ਜੀ ਨੇ ਬੇਨਤੀ ਨੂੰ ਸਵੀਕਾਰ ਕਰਦੇ ਹੋਏ ਮੇਰਾ ਸਹਿਯੋਗ ਦਿੱਤਾ ਅਤੇ ਮੈਂ ਇਟਲੀ ਦੇ ਵਿੱਚ ਪੰਜਾਬੀ ਦੇ ਊੜੇ ਆੜੇ ਤੋਂ ਲੈ ਕੇ ਗੁਰਮੁਖੀ ਤੱਕ ਜੋ ਵੀ ਇਸ ਕਾਇਦੇ ਦੇ ਵਿੱਚ ਜਿੰਨਾ ਵੀ ਛਪਿਆ ਹੈ ਉਹ ਸਾਰਾ ਫ੍ਰੀ ਸੇਵਾ ਕਰ ਰਿਹਾ ਹਾਂ ਜੀ। ਇਸ ਦੇ ਵਿੱਚ ਮੀਡੀਆ ਦਾ ਬਹੁਤ ਵੱਡਾ ਯੋਗਦਾਨ ਹੈ। ਸੋ ਪੰਜਾਬੀ ਲੋਕ ਧਾਰਾ ਇੱਕ ਜਿਹੜਾ ਗਰੁੱਪ ਆ ਨੌਜਵਾਨਾਂ ਵੱਲੋਂ ਸ਼ੁਰੂ ਕੀਤਾ ਗਿਆ ਸੀਗਾ, ਉਸ ਗਰੁੱਪ ਦਾ ਜਿਹੜਾ ਨੌਜਵਾਨਾਂ ਵੱਲੋਂ ਫਾਇਦਾ ਵਾ ਜਿਹੜਾ ਉਠਾਇਆ ਜਾ ਰਿਹਾ ਵਾ, ਬੱਚਿਆਂ ਨੂੰ ਫ੍ਰੀ ਕਾਇਦੇ ਵੰਡੇ ਜਾ ਰਹੇ ਨੇ।
ਇੱਕ ਬਹੁਤ ਵਧੀਆ ਗੱਲ ਆ। ਗਰੁੱਪ ਬਣਨੇ ਚਾਹੀਦੇ ਨੇ ਔਰ ਗਰੁੱਪ ਜਿਹੜੇ ਆ ਉਹ ਚੰਗੇ ਕੰਮ ਕਰਨ ਲਈ ਬਣਨੇ ਚਾਹੀਦੇ ਨੇ। ਇੱਕ ਬਹੁਤ ਹੀ ਵਧੀਆ ਜਿਹੜਾ ਇਹਨਾਂ ਵੱਲੋਂ ਉਪਰਾਲਾ ਕੀਤਾ ਗਿਆ ਵਾ। ਮੇਰੇ ਨਾਲ ਇਟਲੀ ਤੋਂ ਸੀਨੀਅਰ ਪੱਤਰਕਾਰ ਸਵਰਨਜੀਤ ਸਿੰਘ ਘੋਟੜਾ ਵਾ, ਜਿਹੜੇ ਕਿ ਉੱਤਰੀ ਇਟਲੀ ਦੀ ਜਿਹੜੀ ਪੱਤਰਕਾਰੀ ਦਾ ਇੱਕ ਥੰਮ ਕਿਹਾ ਜਾਂਦਾ ਵਾ। ਇਹਨਾਂ ਕੋਲ ਸਾਰੀ ਹੀ ਉੱਤਰੀ ਇਟਲੀ ਦੀ ਜਿਹੜੀ ਕਮਾਂਡ ਆ। ਮੈਂ ਉਹਨਾਂ ਕੋਲੋਂ ਵੀ ਦੋ ਜਿਹੜੇ ਵਿਚਾਰ ਆ ਇਸ ਕਾਇਦੇ ਦੇ ਬਾਰੇ ਜਾਣਨਾ ਚਾਹਾਂਗਾ ਕਿ ਉਹਨਾਂ ਦਾ ਕੀ ਕਹਿਣਾ ਵਾ, ਬੱਚਿਆਂ ਨੂੰ ਕੀ ਸੇਧ ਮਿਲ ਸਕਦੀ ਆ ਘੋਟੜਾ ਸਾਹਿਬ ਇਹਨਾਂ ਕਾਇਦਿਆਂ ਦੇ ਨਾਲ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਭਾਈ ਜੀ ਸੁਖਚੈਨ ਸਿੰਘ ਮਾਨ ਵੱਲੋਂ ਜੋ ਇਹ ਕੁਆਇਰ ਚਲਾਈ ਆ ਰਹੀ ਹੈ, ਬਹੁਤ ਵਧੀਆ ਗੱਲ ਹੈ ਜੀ, ਕਿਉਂਕਿ ਪ੍ਰਦੇਸ਼ਾਂ ਦੇ ਵਿੱਚ ਜਿਹੜੀ ਇਟਾਲੀਅਨ ਭਾਸ਼ਾ ਉਹ ਤੇ ਬੱਚੇ ਸਿੱਖ ਹੀ ਲੈਣਗੇ, ਪਰ ਸਾਨੂੰ ਜਿਹੜੀ ਮਾਂ ਬੋਲੀ ਨਾਲ ਜੋੜਨਾ ਉਹ ਭਾਈ ਹੋਰਾਂ ਦਾ ਬੜਾ ਵਧੀਆ ਉਪਰਾਲਾ, ਤੇ ਸਾਨੂੰ ਇਹਨਾਂ ਦੀ ਪੂਰੀ ਸਪੋਰਟ ਕਰਨੀ ਚਾਹੀਦੀ ਆ। ਤੇ ਜਿੱਥੇ ਨਾਲ ਜਾਂਦੇ ਆ ਤੇ ਆਪਾਂ ਇਹਨਾਂ ਦੇ ਨਾਲ ਸਹਿਯੋਗ ਕਰੀਏ। ਤੇ ਨਾਲੇ ਜਿਹੜੇ ਸਾਡੇ ਸਰੋਤੇ ਸੁਣ ਰਹੇ ਆ ਉਹਨਾਂ ਨੂੰ ਵੀ ਆਪਾਂ ਬੇਨਤੀ ਕਰਦੇ ਹਾਂ ਕਿ ਇਹਨਾਂ ਦਾ ਜ਼ਰੂਰ ਭਰਪੂਰ ਫਾਇਦਾ ਉਠਾਉਣ ਤੇ ਆਪਣੇ ਬੱਚਿਆਂ ਨੂੰ ਕਾਇਦੇ ਨੂੰ ਪੜ੍ਹਾਉਣ। ਜਿੱਥੇ ਆਪਾਂ ਜੂੜਾ ਸੰਭਾਲਣਾ ਉੱਥੇ ਊੜਾ ਸੰਭਾਲਾਂਗੇ। ਜੇ ਸਾਡੀ ਬੋਲੀ ਰਹਿ ਗਈ ਤਾਂ ਸਾਡਾ ਬਚਪਨ ਤੇ ਸਾਡਾ ਜੋ ਭਾਈਚਾਰਾ ਵੀ ਬਣਿਆ ਰਹੇਗਾ। ਸੋ ਨਾਲ ਹੀ ਆਪਾਂ ਭਾਈ ਸਾਹਿਬ ਦਾ ਯੂਰਪ ਨੇ ਔਰ ਆਪਣੇ ਸਾਬੀ ਚੀਨੀਆ ਸਾਹਿਬ ਬਹੁਤ ਦੂਰ ਤੋਂ, ਵੇਖੋ ਜੀ ਰੋਮਾ ਤੋਂ 800 ਕਿਲੋਮੀਟਰ ਦੂਰ ਪੈਂਦਾ ਬਰੇਸ਼ੀਆ, ਤੇ ਬੜੇ ਮਾਣ ਨਾਲ ਪਹੁੰਚੇ ਨੇ। ਤੇ ਗੁਰੂ ਕਿਰਪਾ ਕਰੇ ਇਹਨਾਂ ਨੂੰ ਖੁਸ਼ੀਆਂ ਦੇਵੇ ਜੀ ਤੇ ਚੜ੍ਹਦੀਆਂ ਕਲਾ ਬਖਸ਼ੇ। ਤੇ ਅਸੀਂ ਸਾਰਿਆਂ ਦਾ ਧੰਨਵਾਦ ਕਰਦੇ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਘੋਟੜਾ ਸਾਹਿਬ ਨੇ ਇੱਕ ਬਹੁਤ ਵਧੀਆ ਗੱਲ ਆਖਤੀ ਆ ਕਿ ਜਿਹੜੇ ਬੱਚੇ ਇੱਥੇ ਜੰਮ ਰਹੇ ਆ ਉਹ ਇਟਾਲੀਅਨ ਆਪਣੇ ਆਪ ਸਿੱਖ ਜਾਣਗੇ। ਸਾਡਾ ਮਾਪਿਆਂ ਦਾ ਇੱਕ ਫਰਜ਼ ਬਣਦਾ ਕਿ ਉਹਨੂੰ ਆਪਣੀ ਮਾਂ ਬੋਲੀ ਪੰਜਾਬੀ ਦੇ ਨਾਲ ਵੀ ਜੋੜਿਆ ਜਾਵੇ। ਤੇ ਇਹ ਜਿਹੜਾ ਨੌਜਵਾਨਾਂ ਵੱਲੋਂ ਇੱਕ ਉਪਰਾਲਾ ਕੀਤਾ ਗਿਆ ਵਾ, ਮੇਰੇ ਹਿਸਾਬ ਨਾਲ ਅਜਿਹੇ ਉਪਰਾਲੇ ਹੋਰ ਵੀ ਹੋਣੇ ਚਾਹੀਦੇ ਨੇ। ਤੇ ਸਾਨੂੰ ਅਜਿਹੇ ਨੌਜਵਾਨਾਂ ਦਾ ਜਿਹੜੇ ਕਿ ਸਾਡੀ ਪੰਜਾਬੀ ਬੋਲੀ ਲਈ ਸੇਵਾ ਕਰਦੇ ਨੇ ਉਹਨਾਂ ਦਾ ਵੱਧ ਚੜ੍ਹ ਕੇ ਸਹਿਯੋਗ ਵੀ ਦੇਣਾ ਚਾਹੀਦਾ ਵਾ। ਇੰਨੀਆਂ ਗੱਲਾਂ ਆਖਦੇ ਹੋਏ ਸਮੂਹ ਸੰਗਤ ਕੋਲੋਂ ਖਿਮਾ ਦੇ ਜਾਚਕ ਹਾਂ। ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।